ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਵੀਰ ਭੈਣਾਂ ਮਿਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਆਨੰਦਮਈ ਜੀਵਨ ਜੁਗਤ ਸਿੱਖਣ ਦੀ ਟਰਾਈ ਕਰ ਰਹੇ ਹਾਂ, ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 31 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਕੱਲ ਅਸੀਂ ਵਿਚਾਰ ਕੀਤੀ ਸੀ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਕਿ ਜੋ ਰੱਬੀ ਗੁਣ ਨੇ, ਰੱਬੀ ਰਜਾ ਭਾਣੇ ਵਿੱਚ ਤੁਰਨਾ ਔਰ ਰੱਬੀ ਗੁਣ, ਇਹ ਮੇਰੇ ਜੀਵਨ ਦੀ ਰਾਸ ਪੂੰਜੀ ਹੈ। ਇਹ ਰਾਸ ਪੂੰਜੀ ਦੀ ਜਾਣਕਾਰੀ, ਇਹਦਾ ਗਿਆਨ ਗੁਰੂ ਪਾਸੋਂ ਮਿਲਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦੀ ਰਾਸ ਪੂੰਜੀ ਬਣਾਉਂਦਾ ਹੈ, ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ। ਉਹ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੁੰਦਾ ਹੈ, ਜਿਸ ਕਰਕੇ ਉਸ ਦੀ ਜ਼ਿੰਦਗੀ ਦੇ ਅੰਦਰ ਆਨੰਦ, ਖੇੜਾ, ਖੁਸ਼ੀਆਂ ਔਰ ਪ੍ਰਸੰਨਤਾ ਪੈਦਾ ਹੁੰਦੀ ਹੈ। ਔਰ ਆਪਣੇ ਮਨ ਨੂੰ ਅਸਾਂ ਵਣਜਾਰਾ ਬਣਾਉਣਾ ਹੈ। ਜੋ ਸਾਡੇ ਜੀਵਨ ਦਾ ਬੇਸ ਹੈ, ਸੱਚ ਹੋਵੇ, ਦਇਆ ਹੋਵੇ, ਧਰਮ ਹੋਵੇ, ਨਿਰਭੈਤਾ, ਨਿਰਵੈਰਤਾ, ਪਿਆਰ, ਮੁਹੱਬਤ ਔਰ ਇਨਸਾਨੀਅਤ ਨੂੰ ਆਪਣੇ ਜੀਵਨ ਦਾ ਬੇਸ ਬਣਾਉਣਾ। ਜੋ ਵੀ ਜੀਵਨ ਦਾ ਐਸਾ ਬੇਸ ਬਣਾਏਗਾ, ਉਹਦੇ ਜੀਵਨ ਦੇ ਅੰਦਰ ਖੁਸ਼ੀਆਂ ਪੈਦਾ ਹੋਣਗੀਆਂ, ਉਹਦੇ ਜੀਵਨ ਵਿੱਚ ਆਨੰਦ ਪੈਦਾ ਹੋਏਗਾ। ਹੁਣ ਅਗਲੀ ਪੌੜੀ ਹੈ 32ਵੀਂ ਪੌੜੀ। ਗੁਰਦੇਵ ਜੀ ਬਚਨ ਕਰਦੇ ਹਨ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਕਿ ਇਹ ਮੇਰੀ ਜ਼ਬਾਨ, ਤੂੰ ਹੋਰ ਨਾ ਰਸਾਂ ਦੇ ਅੰਦਰ ਰਚੀ ਹੋਈ ਹੈ ਤੇ ਹੋਰ ਨਾ ਰਸਾਂ ਦੇ ਸਵਾਦ ਚਸਕੇ ਲੈ ਲੈ ਕੇ ਕਦੇ ਵੀ ਤੇਰੀ ਪਿਆਸ ਦੂਰ ਨਹੀਂ ਹੋਈ ਔਰ ਕਦੇ ਵੀ ਤੇਰੀ ਪਿਆਸ ਮਿੱਟੀ ਨਹੀਂ, ਤੈਨੂੰ ਸੰਤੋਖ ਨਹੀਂ ਆਇਆ ਔਰ ਮੇਰੇ ਜੀਵਨ ਵਿੱਚ ਇਹਨਾਂ ਰਸਾਂ ਕਸਾਂ ਕਰਕੇ ਕਦੇ ਵੀ ਖੁਸ਼ੀ ਪੈਦਾ ਨਹੀਂ ਹੋਈ। ਹੁਣ ਦੇਖੋ, ਇਹ ਜ਼ਬਾਨ ਸਾਡੀ ਹੈ, ਇਹਦੇ ਕਰਕੇ ਸਾਡੇ ਜੀਵਨ ਵਿੱਚ ਖੁਸ਼ੀ ਵੀ ਪੈਦਾ ਹੋਏਗੀ ਔਰ ਇਸ ਜ਼ਬਾਨ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਵੀ ਪੈਦਾ ਹੋ ਸਕਦੇ ਹਨ। ਅਸਾਂ ਹੁਣ ਜੇ ਆਨੰਦ ਮਾਣਨਾ ਹੈ ਤਾਂ ਆਪਣੀ ਜ਼ਬਾਨ ਦੀ ਸਹੀ ਵਰਤੋਂ ਕਰਨੀ ਹੈ। ਅਸੀਂ ਦੇਖਦੇ ਹਾਂ ਕਿ ਜ਼ਬਾਨ ਦੀ ਵਰਤੋਂ ਮਨੁੱਖ ਕਿਵੇਂ ਕਰਦਾ ਹੈ। ਆਮ ਲੋਕਾਂ ਦੀ ਗੱਲ ਹੈ, ਆਮ ਜੋ ਬਹੁਤਾਤ ਗਿਣਤੀ ਹੈ, ਕਿਉਂਕਿ ਜੋ ਅਸੀਂ ਬੋਲ ਬੋਲਦੇ ਹਾਂ, ਸਾਡੇ ਬੋਲੇ ਹੋਏ ਬੋਲ ਨਿਰਰਥਕ ਨਹੀਂ ਜਾਂਦੇ। ਉਹਨਾਂ ਬੋਲਾਂ ਦਾ ਪ੍ਰਭਾਵ ਸਾਡੇ ਜੀਵਨ ਤੇ ਵੀ ਪੈਂਦਾ ਹੈ, ਸਾਡੇ ਪਰਿਵਾਰਕ ਜ਼ਿੰਦਗੀ ਤੇ, ਬੱਚਿਆਂ ਤੇ ਪੈਂਦਾ ਹੈ ਔਰ ਇਸ ਸਮਾਜ ਦੇ ਉੱਤੇ ਵੀ ਪੈਂਦਾ ਹੈ। ਜੈਸੇ ਬੋਲ ਬੰਦਾ ਪਰਿਵਾਰ ਦੇ ਵਿੱਚ ਸੁਣਦਾ ਹੈ, ਵੈਸੀ ਇਹਦੀ ਬੋਲੀ ਬਣ ਜਾਂਦੀ ਹੈ, ਵੈਸੀ ਹੀ ਇਹਦੀ ਸ਼ਬਦਾਵਲੀ ਬਣ ਜਾਂਦੀ ਹੈ ਔਰ ਵੈਸਾ ਹੀ ਇਹ ਬੋਲਣਾ ਸ਼ੁਰੂ ਕਰਦਾ ਹੈ। ਸਭ ਤੋਂ ਪਹਿਲਾਂ ਜੋ ਬੰਦਾ ਸੁਣਦਾ ਨਹੀਂ, ਬੋਲਾ ਹੋਵੇ, ਉਹ ਗੂੰਗਾ ਵੀ ਜ਼ਰੂਰ ਹੁੰਦਾ ਹੈ, ਕਿਉਂਕਿ ਸੁਣਿਆ ਨਹੀਂ, ਇਸ ਲਈ ਬੋਲ ਨਹੀਂ ਪਾਇਆ। ਤੇ ਜੋ ਬੰਦਾ ਬੋਲਦਾ ਨਹੀਂ, ਉਹ ਬੰਦਾ ਆਪਣੇ ਬਹੁਤੇ ਸੰਬੰਧ ਨਹੀਂ ਬਣਾ ਸਕਦਾ। ਜਿੰਨੇ ਵੀ ਇਸ ਦੁਨੀਆ ਵਿੱਚ ਗੂੰਗੇ ਬੰਦੇ ਹੋਣਗੇ, ਉਹਨਾਂ ਦੇ ਦੋਸਤ ਬਹੁਤ ਘੱਟ ਹੋਣਗੇ, ਕਿਉਂਕਿ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਕੇ ਦੱਸ ਨਹੀਂ ਸਕਦੇ। ਤਾਂ ਸਾਡੇ ਕੋਲ ਬੋਲਣ ਵਾਸਤੇ ਜ਼ਬਾਨ ਹੈ ਤੇ ਇਹ ਜ਼ਬਾਨ ਅਤਿਅੰਤ ਜ਼ਰੂਰੀ ਹੈ। ਬੋਲ ਬੜੇ ਜ਼ਰੂਰੀ ਨੇ, ਬੋਲ ਬੜੇ ਕੀਮਤੀ ਨੇ। ਇਹਨਾਂ ਬੋਲਾਂ ਰਾਹੀਂ ਸਾਡੀ ਜ਼ਿੰਦਗੀ ਵਿੱਚ ਸੁੱਖ ਔਰ ਦੁੱਖ ਪੈਦਾ ਹੁੰਦੇ ਨੇ। ਹੁਣ ਦੇਖੋ, ਸਾਡੀ ਜ਼ਬਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਬੋਲਦੀ ਹੈ। ਕੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਕਾਰਾਤਮਕ ਬੋਲ ਬੋਲਦੇ ਹਾਂ ਆਪਣੇ ਵਾਸਤੇ ਜਾਂ ਆਪਣੇ ਬੱਚਿਆਂ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਜਾਂ ਸਮਾਜ ਲਈ? ਜੇ ਅਸੀਂ ਐਸੇ ਬੋਲ ਬੋਲਦੇ ਹਾਂ ਕਿ ਇਹ ਦੁਨੀਆ ਧੋਖੇਬਾਜ਼ ਹੈ, ਇਹ ਦੁਨੀਆ ਦੁੱਖਾਂ ਦਾ ਘਰ ਹੈ, ਇਹ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ, ਇੱਥੇ ਕਿਸੇ ਦਾ ਵਿਸ਼ਵਾਸ ਨਹੀਂ ਰਿਹਾ, ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਸੇ ਨਾਲ ਦਿਲ ਦੀ ਸਾਂਝ ਨਹੀਂ ਪਾਣੀ ਚਾਹੀਦੀ, ਅੱਜ ਕੱਲ੍ਹ ਪਿਆਰ ਵਗੈਰਾ ਸਭ ਕੁਛ ਧੋਖਾ ਹੈ।
ਜੇ ਅਸੀਂ ਐਸੇ ਬੋਲ ਬੋਲਦੇ ਹਾਂ ਤਾਂ ਇਹ ਬੋਲ ਸਾਡੇ ਮਨ ਮਸਤਿਸ਼ਕ ਦੇ ਉੱਤੇ ਅਸਰ ਵੀ ਕਰਨਗੇ, ਕਿਉਂਕਿ ਇਹ ਸਾਡੇ ਅੰਦਰੋਂ ਆ ਰਹੇ ਨੇ। ਇਟ ਮੀਨਸ ਸਾਡੀ ਭਾਵਨਾ ਵੀ ਐਸੀ ਹੋਏਗੀ। ਔਰ ਬਾਰ-ਬਾਰ ਜਦੋਂ ਅਸੀਂ ਇਹਨਾਂ ਬੋਲਾਂ ਨੂੰ ਬੋਲਾਂਗੇ, ਸਾਡੇ ਅੰਦਰ ਸੰਸਕਾਰ ਵੀ ਐਸੇ ਬਣ ਜਾਣਗੇ, ਸਾਡਾ ਸੁਭਾਅ ਵੀ ਐਸਾ ਹੋ ਜਾਏਗਾ, ਸਾਡਾ ਮਿਲਵਰਤਨ ਵੀ ਐਸਾ ਹੋ ਜਾਏਗਾ। ਤੇ ਫਿਰ ਖੁਸ਼ੀ ਜ਼ਿੰਦਗੀ ਵਿੱਚ ਕਿੱਥੋਂ ਉਪਜੇਗੀ? ਆਨੰਦ ਕਿੱਥੋਂ ਪੈਦਾ ਹੋਏਗਾ? ਵਿਸ਼ਵਾਸ ਕਿਵੇਂ ਬਣੇਗਾ? ਪ੍ਰੇਮ ਕਿਵੇਂ ਬਣੇਗਾ? ਬਣ ਨਹੀਂ ਪਾਏਗਾ। ਦੂਜੀ ਗੱਲ ਹੈ, ਅਸੀਂ ਆਪਣੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਦੇ ਖਿਲਾਫ ਬੋਲਦੇ ਹਾਂ, ਕਿਸੇ ਦੀ ਅਸੀਂ ਨਿੰਦਿਆ ਕਰਦੇ ਹਾਂ ਕਿ ਫਲਾਂ ਬੰਦਾ ਮਾੜਾ ਹੈ, ਉਹਨੇ ਮੇਰੇ ਨਾਲ ਮਾੜਾ ਕੀਤਾ ਹੈ, ਜਾਂ ਕੁਝ ਐਸੇ ਬੋਲ ਬੋਲਦੇ ਹਾਂ। ਤਾਂ ਐਸੇ ਬੋਲ ਬੋਲਣ ਦੇ ਨਾਲ ਕਿਸੇ ਬੰਦੇ ਦੀ ਇਮੇਜ ਸਾਡੇ ਮਨ ਦੇ ਅੰਦਰ ਐਸੀ ਹੀ ਬਣੇਗੀ, ਤੇ ਕਿਸੇ ਦੇ ਪਰਥਾਏ ਬੋਲ ਬੋਲ ਕੇ ਆਪਣੀ ਕਿਸੇ ਦੀ ਇਮੇਜ ਆਪਣੇ ਅੰਦਰ ਐਸੀ ਬਣਾ ਲਵਾਂਗੇ, ਤਾਂ ਫਿਰ ਉਸ ਦੇ ਨਾਲ ਸਾਡਾ ਮਿਲਵਰਤਨ ਕਿਵੇਂ ਸੁਧਰੇਗਾ? ਉਸ ਬੰਦੇ ਨਾਲ ਮਿਲਵਰਤਨ ਚੋਂ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਕਿਵੇਂ ਹੋਵੇਗੀ? ਤੇ ਪਹਿਲੀ ਗੱਲ ਇਹ, ਤੇ ਦੂਜੀ ਗੱਲ ਇਹ ਹੈ ਕਿ ਅਸੀਂ ਕਿਸੇ ਦੇ ਸਾਹਮਣੇ ਜਦੋਂ ਕਿਸੇ ਦੂਜੇ ਦੀ ਨਿੰਦਾ ਕਰਦੇ ਹਾਂ, ਖਿਲਾਫਤ ਬੋਲਦੇ ਹਾਂ, ਬਦਖੋਈ ਕਰਦੇ ਹਾਂ, ਤੇ ਕੱਲਾ ਆਪਣੇ ਮਨ ਦੇ ਅੰਦਰ ਹੀ ਐਸੀ ਇਮੇਜ ਨਹੀਂ ਬਣਾ ਰਹੇ ਹੁੰਦੇ, ਜੋ ਬੰਦੇ ਸੁਣ ਰਹੇ ਨੇ ਉਹਨਾਂ ਦੇ ਅੰਦਰ ਵੀ ਅਸੀਂ ਕਿਸੇ ਦੀ ਨੈਗੇਟਿਵ ਇਮੇਜ ਤਿਆਰ ਕਰ ਰਹੇ ਹੁੰਦੇ। ਤਾਂ ਉਹਨਾਂ ਲੋਕਾਂ ਦੇ ਅੰਦਰ ਵੀ ਜੇ ਐਸੀ ਨੈਗੇਟਿਵ ਇਮੇਜ ਤਿਆਰ ਹੋਏਗੀ, ਤਾਂ ਉਹਨਾਂ ਦਾ ਮਿਲਵਰਤਨ ਵੀ ਉਹਦੇ ਨਾਲ ਸੁਖਾਵਾਂ ਨਹੀਂ ਹੋਏਗਾ। ਤਾਂ ਇਸ ਐਸੇ ਸਾਡੇ ਬੋਲ ਫਿਰ ਸਮਾਜ ਦੀਆਂ ਖੁਸ਼ੀਆਂ ਦਾ ਵੀ ਹਨਨ ਕਰਨਗੇ, ਸਮਾਜ ਦੇ ਅੰਦਰ ਵੀ ਇੱਕ ਦੂਜੇ ਦੀ ਵਿਰੋਧਤਾ ਪੈਦਾ ਕਰਨਗੇ। ਅਫਵਾਹਾਂ ਫੈਲਾਵਾਂਗੇ ਤਾਂ ਅਫਵਾਹਾਂ ਫੈਲਾਉਣ ਵਾਲੇ ਬੋਲ ਕਦੇ ਵੀ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ ਨਹੀਂ ਦੇ ਸਕਦੇ। ਕਈ ਬਹੁਤ ਸਾਰੇ ਰਾਜਨੀਤਿਕ ਲੀਡਰ ਨੇ ਜਿਨ੍ਹਾਂ ਦਾ ਦਿੱਤਾ ਹੋਇਆ ਇੱਕ ਬਿਆਨ ਕਈ ਵਾਰੀ ਕਿੰਨੇ ਲੋਕਾਂ ਦੇ ਕਤਲ ਕਰਾ ਦਿੰਦਾ, ਕਿੰਨੀਆਂ ਸੜਕਾਂ ਜਾਮ ਕਰਾ ਦਿੰਦਾ, ਜਾਂ ਕਿੰਨਾ ਨੁਕਸਾਨ ਕਰਾ ਜਾਂਦਾ ਹੈ। ਕਈ ਰਾਜਨੀਤਿਕ ਲੀਡਰ ਵਿਰੋਧਤਾ ਸਰਕਾਰ ਦੀ ਕਰਨੀ ਹੁੰਦੀ ਹੈ, ਲੇਕਿਨ ਆਗਜਨੀ ਦੀਆਂ ਘਟਨਾਵਾਂ, ਬਾਜ਼ਾਰਾਂ ਦੇ ਬਾਜ਼ਾਰ ਸਾੜ ਦਿੱਤੇ ਜਾਂਦੇ ਨੇ। ਐਸੇ ਬੋਲ, ਐਸੇ ਬੋਲਾਂ ਦੇ ਨਾਲ ਕੀ ਜ਼ਿੰਦਗੀ ਦੇ ਵਿੱਚ ਖੁਸ਼ੀ ਪੈਦਾ ਹੋਏਗੀ? ਜੋ ਸਾਡੇ ਪਰਿਵਾਰ ਨੇ, ਰਿਸ਼ਤੇ ਨੇ, ਘਰ ਪਰਿਵਾਰ ਵਿੱਚ ਅਸੀਂ ਆਪਣੇ ਬੱਚਿਆਂ ਨਾਲ, ਮਾਂ-ਬਾਪ ਨਾਲ, ਭੈਣ ਭਰਾਵਾਂ ਨਾਲ ਬੋਲ ਨੈਗੇਟਿਵ ਬੋਲਦੇ ਹਾਂ, ਤਾਂ ਘਰ ਦੇ ਅੰਦਰ ਸੁੱਖ ਸ਼ਾਂਤੀ ਨਹੀਂ ਰਹਿ ਜਾਏਗੀ। ਪਹਿਲੀ ਗੱਲ ਬੋਲਣ ਦੀ ਹੈ। ਦੂਜੀ ਗੱਲ ਹੈ ਜ਼ਬਾਨ ਦੇ ਚਸਕੇ, ਕੇਵਲ ਰਸਾਂ ਵਾਸਤੇ, ਖਾਣ ਵਾਸਤੇ ਹੀ ਜੀਣਾ। ਇੱਕ ਤੇ ਬੋਲਾਂ ਦਾ ਚਸਕਾ ਹੈ, ਦੂਜਾ ਜ਼ਬਾਨ ਨੂੰ ਖਾਣ ਦਾ ਚਸਕਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਕੁਝ ਲੋਕ ਜੀਣ ਵਾਸਤੇ ਖਾਂਦੇ ਨੇ, ਜੀਣ ਵਾਸਤੇ ਖਾਂਦੇ ਨੇ, ਤੇ ਕੁਝ ਖਾਣ ਵਾਸਤੇ ਜੀਂਦੇ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਮਿਲਿਆ ਉਹ ਖਾਈ ਗਏ, ਖਾਈ ਗਏ, ਤਾਂ ਵੀ ਸਰੀਰਕ ਤੌਰ ਤੇ ਅਸੀਂ ਰੋਗੀ ਹੋ ਜਾਵਾਂਗੇ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਰਸਨਾ ਇਸ ਤਰ੍ਹਾਂ ਤੇਰੀ ਪਿਆਸ ਚਿੜੀਏ ਉਹ ਜਾਣੀ ਨਹੀਂ। ਦੇਖੋ, ਅੱਜ ਤੱਕ ਚੁਗਲੀ ਕਰਕੇ, ਨਿੰਦਾ ਕਰਕੇ, ਕ੍ਰੋਧ ਵਾਲੇ ਬੋਲ ਬੋਲ ਕੇ, ਕਿਸੇ ਦੀ ਖਿਲਾਫਤ ਕਰ ਕਰਕੇ ਕਿਸੇ ਇੱਕ ਵੀ ਇਨਸਾਨ ਦੇ ਅੰਦਰ ਸ਼ਾਂਤੀ ਪੈਦਾ ਹੋਈ ਹੋਈ ਤੇ ਦੱਸੋ? ਕਿਸੇ ਇੱਕ ਵੀ ਬੰਦੇ ਵਿੱਚ, ਕਿਸੇ ਇੱਕ ਵੀ ਇਸਤਰੀ ਪੁਰਸ਼ ਵਿੱਚ ਕਦੇ ਸ਼ਾਂਤੀ ਪੈਦਾ ਹੋਈ ਹੋਈ ਤੇ ਦੱਸੋ? ਬਿਲਕੁਲ ਵੀ ਨਹੀਂ ਪੈਦਾ ਹੋਈ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਜ਼ਬਾਨ ਦੀ ਵਰਤੋਂ ਕਰਨੀ ਸਿਖਾ ਰਹੇ ਨੇ। ਤੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਤੁਸੀਂ ਦੇਖੋਗੇ ਕਿ ਆਪਣੇ ਆਪ ਨੂੰ ਮੁਖਾਤਿਬ ਹੋਏ ਨੇ। ਤੁਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੋਗੇ, ਮੈਂ ਪੜਾਂਗਾ, ਤਾਂ ਦੇਖੋ ਮੈਂ ਆਪਣੇ ਆਪ ਦੇ ਨਾਲ ਮੁਖਾਤਿਬ ਹੋ ਰਿਹਾ ਹਾਂ। ਇਹ ਰਸਨਾ ਤੂੰ ਅਨਰਸ ਰਾਤ ਚ ਰਹੀ, ਮੈਂ ਆਪਣੀ ਜ਼ਬਾਨ ਦੇ ਨਾਲ ਗੱਲਬਾਤ ਕਰ ਰਿਹਾ, ਆਪਣੇ ਆਪ ਨੂੰ ਮੁਖਾਤਿਬ ਹੋ ਰਿਹਾ। ਹੁਣ ਅਸਾਂ ਸਾਰਿਆਂ ਨੇ, ਮੈਂ ਵੀ, ਤੁਸੀਂ ਵੀ, ਹੋਰ ਵੀ ਜਿਹੜੇ ਲੋਕ ਸੁੱਖ ਸ਼ਾਂਤੀ ਚਾਹੁੰਦੇ ਨੇ, ਉਹਨਾਂ ਨੂੰ ਆਪਣੀ ਜ਼ਬਾਨ ਵੱਲ ਧਿਆਨ ਮਾਰਨਾ ਚਾਹੀਦਾ ਹੈ ਕਿ ਸਾਡੀ ਜ਼ਬਾਨ ਕੈਸੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ, ਅੱਜ ਹੁਣ ਸਾਡੇ ਕੋਲ 2:15 ਜਿਵੇਂ ਵੱਜੇ ਨੇ, ਤਾਂ ਸਵੇਰੇ ਜੇ ਅਸੀਂ 5, 6 ਵਜੇ, 4 ਵਜੇ ਜਾਂ 8 ਵਜੇ, ਜਿੰਨੇ ਵਜੇ ਵੀ ਕੋਈ ਜਾਗਿਆ, ਉਦੋਂ ਤੋਂ ਲੈ ਕੇ ਹੁਣ ਤੱਕ ਜੈਸੇ ਬੋਲ ਬੋਲੇ ਨੇ, ਅਸੀਂ ਨਿਸ਼ਪਕਸ਼ ਆਪਣਾ ਆਪਣੇ ਵਿਚਾਰਾਂ ਦਾ, ਬੋਲਾਂ ਦਾ
ਇਹ ਐਨਾਲਿਸਿਸ ਕਰੀਏ ਕਿ ਕੀ ਇਹੋ ਜਿਹੇ ਬੋਲਾਂ ਦੇ ਨਾਲ ਰੱਬ ਮਿਲ ਸਕਦਾ ਹੈ? ਜਿਹੜੇ ਸਵੇਰ ਤੋਂ ਸ਼ਾਮ ਤੱਕ ਮੈਂ ਬੋਲੇ ਨੇ, ਐਸੇ ਬੋਲਾਂ ਦੇ ਨਾਲ ਸਮਾਜ ਵਿੱਚ ਸ਼ਾਂਤੀ ਆ ਸਕਦੀ ਹੈ? ਜਾਂ ਮੇਰੀ ਜ਼ਿੰਦਗੀ ਵਿੱਚ ਸ਼ਾਂਤੀ ਆ ਸਕਦੀ ਹੈ? ਮੇਰੇ ਪਰਿਵਾਰ ਵਿੱਚ ਸੁੱਖ ਵਰਤ ਸਕਦਾ ਹੈ? ਜੇ ਤਾਂ ਅੰਦਰੋਂ ਆਵਾਜ਼ ਆਉਂਦੀ ਹੈ ਕਿ ਹਾਂ, ਮੇਰੇ ਬੋਲ ਬੜੇ ਪੋਜ਼ਿਟਿਵ ਸਨ, ਮੇਰੇ ਬੋਲ ਬੜੇ ਪਿਆਰੇ ਸਨ, ਇਹਨਾਂ ਬੋਲਾਂ ਨਾਲ ਮੇਰੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆ ਸਕਦੀ ਹੈ, ਮੇਰੇ ਘਰ ਪਰਿਵਾਰ ਵਿੱਚ ਵੀ ਆ ਸਕਦੀ ਹੈ, ਸਮਾਜ ਵਿੱਚ ਵੀ, ਤਾਂ ਠੀਕ ਹੈ। ਤੇ ਜੇ ਅੰਦਰੋਂ ਆਵਾਜ਼ ਆਏ ਕਿ ਜਿਹੋ ਜਿਹੇ ਮੈਂ ਸਵੇਰ ਦੇ ਬੋਲ ਰਿਹਾ, ਜਾਂ ਜੋ ਕੁਛ ਮੈਂ ਸੋਚ ਰਿਹਾ, ਇਹੋ ਜਿਹੀ ਸੋਚ ਦੇ ਨਾਲ ਤੇ ਕਦੇ ਸ਼ਾਂਤੀ ਆ ਹੀ ਨਹੀਂ ਸਕਦੀ, ਖੁਸ਼ੀ ਆ ਹੀ ਨਹੀਂ ਸਕਦੀ, ਤਾਂ ਫਿਰ ਸਾਨੂੰ ਆਪਣੀ ਜ਼ਬਾਨ ਦੇ ਬੋਲ ਬਦਲਣੇ ਚਾਹੀਦੇ, ਇੱਧਰ ਧਿਆਨ ਦੇਣਾ ਚਾਹੀਦਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਤੂੰ ਪ੍ਰੀਤ ਗਈ ਗੁਰ ਬੋਲ। ਮਾੜੇ ਬੋਲ ਕੇ ਪ੍ਰੀਤ ਟੁੱਟ ਜਾਂਦੀ, ਪ੍ਰੀਤ ਟੁੱਟ ਜਾਂਦੀ ਤੇ ਮੁੜ ਕੇ ਉਹ ਪ੍ਰੀਤ ਜੁੜਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਕਹਿੰਦੇ ਨੇ ਨਾ, ਇੱਕ ਵਾਰੀ ਟੁੱਟ ਕੇ ਜੁੜੇ ਹੋਏ ਰਿਸ਼ਤੇ ਤੇ ਠੰਡੀ ਹੋ ਕੀਤੀ ਹੋਈ ਚਾਹ ਦੁਬਾਰਾ ਗਰਮ ਕੀਤੀ ਚਾਹ ਵਿੱਚ ਫਿਰ ਉਹ ਰਸ ਨਹੀਂ ਰਹਿ ਜਾਂਦਾ। ਚਾਹ ਗਰਮ ਪੀ ਲਓ ਤੇ ਜਿਹੜਾ ਉਹਦੇ ਵਿੱਚ ਰਸ ਹੈ ਨਾ, ਠੰਡੀ ਹੋ ਜਾਏ ਦੁਬਾਰਾ ਗਰਮ ਕਰਕੇ ਪੀਣ ਵਿੱਚ ਉਹ ਰਸ ਨਹੀਂ ਰਹਿੰਦਾ। ਤੇ ਜਿਹੜੇ ਰਿਸ਼ਤੇ ਇੱਕ ਵਾਰ ਟੁੱਟ ਕੇ ਦੁਬਾਰਾ ਜੁੜਦੇ ਨੇ, ਉਹਨਾਂ ਵਿੱਚ ਵੀ ਉਹ ਮਿਠਾਸ ਨਹੀਂ ਰਹਿੰਦੀ। ਰਹੀਮ ਦਾ ਇੱਕ ਦੋਹਾ ਹੈ, ਉਹ ਕਹਿੰਦਾ, ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ, ਟੂਟੇ ਸੇ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ। ਕਿ ਜਿਹੜਾ ਪ੍ਰੇਮ ਦਾ ਧਾਗਾ ਹੈ ਨਾ, ਪ੍ਰੇਮ ਦੀ ਡੋਰ ਹੈ, ਉਹਨੂੰ ਤੋੜੋ ਨਾ, ਐਵੇਂ ਨਾ ਖਿੱਚ ਕੇ ਤੋੜ ਦੋ, ਬਿਨਾਂ ਮਤਲਬ ਤੋਂ, ਸੋਚ ਸਮਝ ਲਓ। ਕਿਉਂਕਿ ਜੇ ਇੱਕ ਵਾਰੀ ਧਾਗਾ ਟੁੱਟ ਜਾਏ ਨਾ, ਤੇ ਉਹ ਧਾਗਾ ਜੁੜਦਾ ਨਹੀਂ, ਤੇ ਜੇ ਉਹ ਧਾਗਾ ਜੁੜ ਜਾਏ ਤੇ ਫਿਰ ਗੰਢ ਪੈ ਜਾਏ, ਉਹ ਗੰਢ ਫਿਰ ਸਾਰੀ ਉਮਰ ਰੜਕਦੀ ਰਹਿੰਦੀ ਹੈ। ਧਾਗਾ ਟੁੱਟ ਜਾਏ, ਉਹਨੂੰ ਗੰਢ ਦੇ ਕੇ ਜੋੜ ਤੇ ਲੋਗੇ, ਪਰ ਗੰਢ ਪੈ ਜਾਏਗੀ। ਤੇ ਯਾਦ ਰੱਖਣਾ, ਅਸੀਂ ਗੰਨੇ ਦੇਖਦੇ ਹਾਂ ਨਾ ਕਮਾਦ ਤੇ ਜਿੱਥੇ ਗੰਨੇ ਵਿੱਚ ਗੰਢਾਂ ਹੁੰਦੀਆਂ ਨਾ, ਉੱਥੇ ਮਿਠਾਸ ਨਹੀਂ ਹੁੰਦੀ, ਉੱਥੇ ਰਸ ਨਹੀਂ ਹੁੰਦਾ। ਇਸ ਲਈ ਜਿੱਥੇ ਸਾਡੀ ਜ਼ਿੰਦਗੀ ਵਿੱਚ ਗੰਢਾਂ ਜਿਹੜੀ ਜ਼ਬਾਨ ਨੇ ਪਾ ਦੇਣੀਆਂ ਨੇ ਰਿਸ਼ਤਿਆਂ ਨਾਤਿਆਂ ਵਿੱਚ, ਉਹ ਗੰਢਾਂ ਨਾ ਪੈਣ ਦਿਓ। ਆਪਣੀ ਜ਼ਬਾਨ ਦੀ ਵਰਤੋਂ ਐਵੇਂ ਨਾ ਕਰੋ ਕਿ ਕਿਸੇ ਨਾਲ ਪ੍ਰੀਤ ਟੁੱਟੇ, ਫਿਰ ਮਾਫੀਆਂ ਮੰਗ ਕੇ ਫਿਰ ਸਾਨੂੰ ਜੋੜਨੀ ਪਵੇ, ਉਹ ਗੰਢ ਪੈ ਜਾਏ ਤੇ ਉਹ ਗੰਢਾਂ ਪਈਆਂ ਖਰਾਬ ਕਰਦੀਆਂ ਨੇ ਸਾਰੀ ਜ਼ਿੰਦਗੀ। ਇਸ ਲਈ ਆਪਣੀ ਜ਼ਬਾਨ ਨੂੰ ਅਸਾਂ ਕੰਟਰੋਲ ਕਰਨਾ ਹੈ। ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਸੁੱਖ ਚਾਹੁੰਦਾ ਹੈ, ਖੁਸ਼ੀ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਉਹਨੂੰ ਆਪਣੀ ਜ਼ਬਾਨ ਵੱਲ ਧਿਆਨ ਮਾਰਨਾ ਚਾਹੀਦਾ। ਗੰਢ ਪ੍ਰੀਤੀ ਮਿੱਠੇ ਬੋਲ, ਮਿੱਠੇ ਪਿਆਰੇ ਸਕਾਰਾਤਮਕ ਪੋਜ਼ਿਟਿਵ ਬੋਲ ਬੋਲਣ ਦੇ ਨਾਲ ਪ੍ਰੀਤ ਜੁੜ ਜਾਂਦੀ। ਇਸ ਲਈ ਆਪਣੀ ਜ਼ਬਾਨ ਵਾਲੇ ਪਾਸੇ ਧਿਆਨ ਦੇਣਾ। ਦੇਖੋ ਕਿੰਨੇ ਸਾਡੇ ਪਿਆਰੇ ਪਿਆਰੇ ਰਿਸ਼ਤੇ ਜੋ ਸਾਡੀ ਜ਼ਬਾਨ ਕਰਕੇ ਟੁੱਟ ਗਏ, ਜਾਂ ਸਾਡੇ ਕਿਸੇ ਵੀਰ ਭੈਣ ਦੀ ਜ਼ਬਾਨ ਕਰਕੇ ਟੁੱਟ ਗਏ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਕਿ ਤੇਰੀ ਪਿਆਸ ਨਹੀਂ ਜਾਂਦੀ, ਇਹ ਨਿੰਦਾ, ਚੁਗਲੀ, ਝੂਠ, ਫਰੇਬ, ਹੰਕਾਰ ਦੇ ਬੋਲ ਬੋਲ ਕੇ ਤੇਰੀ ਪਿਆਸ ਨਹੀਂ ਗਈ, ਤੇਰੇ ਅੰਦਰ ਰਜੇਵਾਂ ਨਹੀਂ ਆਏਗਾ। ਇਸ ਲਈ ਰੱਬ ਦੀ ਸਿਫਤ ਸਲਾਹ ਦੇ ਬੋਲ ਬੋਲੋ, ਸੱਚ ਵਾਲੇ ਬੋਲ ਬੋਲੋ, ਨਿਰਭੈਤਾ ਵਾਲੇ, ਨਿਰਵੈਰਤਾ ਵਾਲੇ, ਇਨਸਾਨੀਅਤ ਵਾਲੇ, ਪਿਆਰ ਮੁਹੱਬਤ ਵਾਲੇ, ਵਿਕਾਸ ਵਾਲੇ, ਸਫਲਤਾ ਵਾਲੇ, ਐਸੇ ਬੋਲ ਬੋਲਣ ਦਾ ਯਤਨ ਕਰੋ। ਪਿਆਸ ਨਾ ਜਾਏ ਹੋਰਤ ਕਿਤੇ। ਹੋਰਤ ਕਿਤੇ ਦਾ ਮਤਲਬ ਹੋਰ ਕਿਸੇ ਥਾਂ ਤੋਂ ਵੀ ਇਹ ਪਿਆਸ ਨਹੀਂ ਜਾ ਸਕਦੀ, ਯਾਨੀ ਸ਼ਾਂਤੀ ਨਹੀਂ ਆ ਸਕਦੀ, ਖੁਸ਼ੀ ਨਹੀਂ ਨਸੀਬ ਹੋ ਸਕਦੀ ਕਿਸੇ ਥਾਂ ਤੋਂ ਵੀ, ਜਿੰਨੇ ਮਰਜ਼ੀ ਬੋਲ ਲੈ। ਅਸੀਂ ਬੋਲਦੇ ਹਾਂ ਨਾ ਕਿ ਫਲਾਂ ਜੋਤਸ਼ੀ ਬੜਾ ਸਿਆਣਾ ਜੀ, ਉਹ ਕਿਸਮਤ ਦੱਸ ਦਿੰਦਾ ਹੈ। ਐਸੇ ਬੋਲ ਕਿੰਨੇ ਅਸੀਂ ਬੋਲ ਬੈਠੇ ਹਾਂ, ਕਿਸੇ ਜੋਤਸ਼ੀ ਕੋਲੋਂ ਤਸੱਲੀ ਹੋਈ ਹੈ? ਕਿਸੇ ਕਿੰਨੇ ਅਸੀਂ ਬੋਲ ਬੋਲੇ ਨੇ ਤੀਰਥਾਂ ਤੇ ਨਾ ਆਇਆ ਉਹ, ਕਿ ਇਹਨਾਂ ਬੋਲਾਂ ਦੇ ਨਾਲ ਕਿਤੇ ਤਸੱਲੀ ਹੋਈ ਹੈ? ਬਾਬਿਆਂ ਨੂੰ ਮੱਥੇ ਟੇਕ ਲਓ, ਜੋਤਾਂ ਜਗਾ ਲਓ, ਮੜੀਆਂ ਕਬਰਾਂ ਪੂਜ ਲਓ, ਵਰਤਨ ਰਾਤੇ ਆਦਿ ਕਰ ਲਓ। ਕਿਸੇ ਥਾਂ ਤੋਂ ਜੇ ਕਿਸੇ ਦੀ ਸ਼ਾਂਤੀ ਮਿਲੀ ਹੋਏ ਤੇ ਦੱਸੋ। ਪਿਆਸ ਨਾ ਜਾਏ ਹੋਰਤ ਕਿਤੇ। ਹੋਰ ਕੋਈ ਵੀ ਬੋਲ ਬੋਲਣ ਦੇ ਨਾਲ, ਜਾਂ ਹੋਰ ਜਿੰਨੇ ਵੀ ਚਸਕੇ ਨੇ, ਇਹਨਾਂ ਦੇ ਨਾਲ ਤੈਨੂੰ ਸ਼ਾਂਤੀ ਨਹੀਂ ਮਿਲਦੀ।
जिन्ने मर्जी 36 किस्म के भोजन पदार्थ खा लो। मेरा मकसद कदाचित नहीं है कि बंदा अचार ही खाई जाए, रुखी खाई जाए। गल ये नहीं है। गल ये है कि खुशी, आनंद जिहड़ा है, ਉਹਦਾ ਸੰਬੰਧ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਹੈ। ਆਨੰਦ ਦਾ ਸੰਬੰਧ ਅੰਦਰੋਂ ਹੈ। ਆਨੰਦ ਦਾ ਸੰਬੰਧ ਗੁਣਾਂ ਦੇ ਨਾਲ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਜਿਚਰ ਦਾ ਮਤਲਬ ਜਦੋਂ ਤੱਕ, ਪੱਲੇ ਨਾ ਪਾਏ ਦਾ ਮਤਲਬ ਤੇਰੇ ਪੱਲੇ ਨਹੀਂ ਪੈਂਦਾ, ਮਿਲਦਾ ਨਹੀਂ। ਜਦੋਂ ਤੱਕ ਤੈਨੂੰ ਹਰੀ ਦਾ ਰਸ ਨਹੀਂ ਨਾ ਮਿਲਦਾ, ਉਦੋਂ ਤੱਕ ਤੇਰੀ ਪਿਆਸਾ ਨਹੀਂ ਜਾਏਗੀ, ਉਦੋਂ ਤੱਕ ਤੇਰੀ ਭਟਕਣਾ ਨਹੀਂ ਮਿਟੇਗੀ, ਉਦੋਂ ਤੱਕ ਤੇਰੇ ਜੀਵਨ ਦੇ ਅੰਦਰ ਖੁਸ਼ੀ ਨਹੀਂ ਆਏਗੀ। ਹੁਣ ਦੇਖੋ, ਅਸੀਂ ਰਸ ਮਾਣੇ ਨੇ ਨਾ, ਰਸ ਮਾਣਨ ਬਾਰੇ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ, ਲੇਕਿਨ ਫਿਰ ਸਾਨੂੰ ਇਹ ਵਿਚਾਰ ਕਰਨੀ ਜ਼ਰੂਰੀ ਹੈ। ਅਸੀਂ ਝੂਠ ਬੋਲਦੇ ਹਾਂ ਤੇ ਝੂਠ ਦਾ ਰਸ ਆਉਂਦਾ ਹੈ ਨਾ। ਹੁਣ ਝੂਠ ਬੋਲ ਕੇ ਅਸੀਂ ਉਹਦਾ ਰਸ ਲੈ ਚੁੱਕੇ ਹਾਂ। ਜਿਹੜਾ ਝੂਠ ਬੋਲੇਗਾ ਉਹਨੂੰ ਸੱਚ ਦਾ ਰਸ ਤੇ ਆਉਣਾ ਹੀ ਨਹੀਂ। ਸੱਚ ਦਾ ਰਸ, ਸੱਚ ਬੋਲਣ ਦੀ ਖੁਸ਼ੀ ਕੀ ਹੈ, ਉਹ ਤੇ ਸੱਚ ਬੋਲਣ ਦੇ ਨਾਲ ਆਏਗੀ। ਅਸੀਂ ਇੱਕ ਦੂਜੇ ਨਾਲ ਈਰਖਾ ਕਰਦੇ ਰਹਿੰਦੇ ਹਾਂ ਤੇ ਈਰਖਾ ਦੇ ਸਵਾਦ ਦਾ ਤੇ ਸਾਨੂੰ ਪਤਾ ਹੈ, ਕਿਉਂਕਿ ਅਸੀਂ ਮਾਣ ਰਹੇ ਹਾਂ। ਪਰ ਪ੍ਰੇਮ ਕੀਤਿਆਂ ਜ਼ਿੰਦਗੀ ਵਿੱਚ ਕਿਹੜੀ ਖੁਸ਼ੀ ਮਿਲਦੀ ਹੈ, ਇਹ ਤੇ ਪ੍ਰੇਮ ਕੀਤਿਆਂ ਹੀ ਪਤਾ ਲੱਗੇਗਾ। ਇੱਕ ਦੂਜੇ ਨਾਲ ਪਿਆਰ ਨਾਲ ਵਰਤਾਂਗੇ, ਇੱਕ ਦੂਜੇ ਨਾਲ ਪ੍ਰੇਮ ਕਰਾਂਗੇ, ਤੇ ਉਸ ਪ੍ਰੇਮ ਦੇ ਰਿਸ਼ਤੇ ਦੇ ਵਿੱਚੋਂ ਜਿਹੜੀ ਖੁਸ਼ੀ ਮਿਲੇਗੀ, ਉਹ ਤਾਂ ਮਿਲੇਗੀ ਜੇ ਅਸੀਂ ਪ੍ਰੇਮ ਕਰਾਂਗੇ, ਪ੍ਰੇਮ ਨਾਲ ਵਰਤਾਂਗੇ। ਨਿਮਰਤਾ ਦੇ ਵਿੱਚ ਜਿਹੜੀ ਖੁਸ਼ੀ ਹੈ, ਨਿਮਰਤਾ ਰਾਹੀਂ ਜੋ ਜੀਵਨ ਦੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ, ਆਨੰਦ ਪੈਦਾ ਹੁੰਦਾ ਹੈ, ਉਹ ਤੇ ਤਾਂ ਆਨੰਦ ਪੈਦਾ ਹੋਏਗਾ ਨਾ ਜੇ ਅਸੀਂ ਨਿਮਰਤਾ ਵਾਲਾ ਵਿਹਾਰ ਇੱਕ ਦੂਜੇ ਨਾਲ ਕਰਾਂਗੇ। ਹੰਕਾਰ ਦੇ ਨਾਲ ਜਿਹੜਾ ਰਸ ਆਉਂਦਾ, ਉਹ ਤੇ ਅਸੀਂ ਮਾਣ ਰਹੇ ਹਾਂ। ਹੁਣ ਇਹ ਰਸ ਜਿਹੜਾ ਸਾਡੇ ਪੱਲੇ ਪਿਆ ਹੀ ਨਹੀਂ। ਨਿਮਰਤਾ ਵਾਲਾ ਵਿਹਾਰ ਅਸਾਂ ਕੀਤਾ ਨਹੀਂ, ਪਿਆਰ ਵਾਲੀ ਜ਼ਿੰਦਗੀ ਜੀਵੀ ਨਹੀਂ, ਨਿਰਵੈਰਤਾ ਵਾਲੀ ਜ਼ਿੰਦਗੀ ਨਹੀਂ ਜੀਵੀ, ਸੱਚ ਵਾਲੀ ਜ਼ਿੰਦਗੀ ਨਹੀਂ ਜੀਵੀ, ਤਾਂ ਜਦੋਂ ਤੱਕ ਤੂੰ ਇਹਨਾਂ ਗੁਣਾਂ ਦਾ ਰਸ ਨਹੀਂ ਮਾਣਦਾ ਪਿਆਰਿਆ, ਉਦੋਂ ਤੱਕ ਤੇਰੀ ਪਿਆਸਾ ਨਹੀਂ ਜਾਣੀ। ਜਿੰਨਾ ਮਰਜ਼ੀ ਭਟਕ ਲੈ, ਖੁਸ਼ੀ ਨਹੀਂ ਮਿਲਣੀ। ਖੁਸ਼ੀ ਹੈ ਇਸ ਰਸ ਦੇ ਵਿੱਚੋਂ, ਸੱਚਾਈ ਚੋਂ, ਦਇਆ ਚੋਂ, ਪ੍ਰੇਮ ਚੋਂ। ਇਹ ਰਸਨਾ, ਇਹਨਾਂ ਦੀ ਗੱਲ ਕਰ। ਤਾਂ ਜਦੋਂ ਵੀ ਜ਼ਿੰਦਗੀ ਵਿੱਚ ਗੱਲਬਾਤ ਕਰੀਏ, ਸਾਡੀ ਜ਼ਿੰਦਗੀ ਦੀ ਗੱਲਬਾਤ ਦਾ ਬੇਸ ਇਹ ਹੋਣਾ ਚਾਹੀਦਾ ਕਿ ਸਾਡੇ ਜੀਵਨ ਦੇ ਵਿੱਚ ਪਿਆਰ ਹੋਵੇ ਅੰਦਰੋਂ। ਜੋ ਮੈਂ ਗੱਲਬਾਤ ਤੁਹਾਡੇ ਨਾਲ ਕਰ ਰਿਹਾ ਨਾ, ਇਹਦੇ ਮੇਰੇ ਅੰਦਰ ਲਗਨ ਹੋਣੀ ਚਾਹੀਦੀ ਹੈ ਪਿਆਰ, ਕਿ ਮੈਂ ਆਪਣੇ ਵੀਰਾਂ ਔਰ ਭੈਣਾਂ ਦੇ ਨਾਲ ਪਿਆਰ ਦੇ ਨਾਲ ਗੁਰੂ ਦੀ ਗੱਲ ਕਰਨੀ। ਮੇਰਾ ਵਿਵਹਾਰ ਪਿਆਰ ਵਾਲਾ ਹੋਣਾ ਚਾਹੀਦਾ। ਮੇਰੀ ਮਾਨਸਿਕਤਾ ਸੱਚੀ ਹੋਣੀ ਚਾਹੀਦੀ। ਮੇਰੀ ਮਾਨਸਿਕਤਾ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ। ਉਹ ਸਾਰਾ ਕੁਝ ਬੋਲਾਂ ਦੇ ਵਿੱਚ ਝਲਕ ਕੇ, ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਰਸਨਾ ਤੇਰੇ ਪੱਲੇ ਹਰੀ ਦਾ ਰਸ ਪਵੇਗਾ, ਰੱਬ ਦੇ ਗੁਣਾਂ ਦੀ ਤੂੰ ਮਨ ਬਚਨ ਕਰਮ ਕਰਕੇ ਗੱਲ ਕਰੇਗਾ, ਤੇਰੇ ਜੀਵਨ ਦੇ ਅੰਦਰ ਖੁਸ਼ੀ ਪੈਦਾ ਹੋਏਗੀ, ਤੈਨੂੰ ਸੰਤੋਖ ਆਏਗਾ, ਤੂੰ ਆਪਣੇ ਜੀਵਨ ਤੋਂ ਸੈਟੀਸਫਾਈ ਹੋਵੇਗਾ, ਤੈਨੂੰ ਖੁਸ਼ੀ ਮਿਲੇਗੀ। ਹਰ ਰਸ ਪਾਏ ਪੱਲੇ ਪੀਏ ਹਰ ਰਸ। ਜੇ ਕਿਸੇ ਨੂੰ ਹਰੀ ਦਾ ਰਸ ਮਿਲ ਜਾਏ ਤੇ ਫਿਰ ਇਸ ਹਰੀ ਦੇ ਰਸ ਨੂੰ ਮਾਣੇ। ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਮੁੜ ਕੇ ਵਿਕਾਰਾਂ ਦੀ ਪਿਆਸ ਲੱਗੇਗੀ। ਮੁੜ ਕੇ ਵਿਕਾਰਾਂ ਦੀ ਪਿਆਸ ਨਹੀਂ ਲੱਗੇਗੀ, ਬੰਦਾ ਸ਼ਾਂਤ ਹੋ ਜਾਏਗਾ। ਦੇਖੋ, ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤਾ ਨਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਹੁਣ ਤਿੰਨ ਚੀਜ਼ਾਂ ਪਈਆਂ ਨੇ ਹਿਰਦੇ ਥਾਲ ਵਿੱਚ, ਗੁਰੂ ਗ੍ਰੰਥ ਸਾਹਿਬ ਰੂਪ ਥਾਲ ਦੇ ਅੰਦਰ ਸਚਾਈ ਪਈ ਹੈ, ਇਹਦੀ ਵਿਚਾਰ ਕਰੋ। ਸੰਤੋਖ ਦੀ ਵਿਚਾਰ ਕਰੋ। ਅੰਮ੍ਰਿਤ ਨਾਮ, ਆਤਮਕ ਜੀਵਨ ਦੇਣ ਵਾਲਾ ਨਾਮ, ਹੁਕਮ, ਇਹਦੀ ਵਿਚਾਰ ਕਰੋ। ਵਿਚਾਰੋ ਜੋ ਹੈ ਉਹ ਵਸਤੂ ਨਹੀਂ, ਵਿਚਾਰੋ ਹੈ ਹੁਕਮ। ਗੁਰੂ ਜੀ ਕਹਿੰਦੇ ਨੇ, ਇਹਨਾਂ ਦੀ ਵਿਚਾਰ ਕਰੋ। ਸੱਚ ਦੀ ਵਿਚਾਰ, ਸੰਤੋਖ ਦੀ ਵਿਚਾਰ ਔਰ ਅੰਮ੍ਰਿਤ ਨਾਮ ਦੀ ਵਿਚਾਰ। ਇਹ ਹੈ ਭੋਜਨ। ਜੇ ਕੋ ਖਾਵੇ, ਜੇ ਕੋ ਪੁੰਚੇ, ਪੁੰਚੇ ਦਾ ਮਤਲਬ ਪਚਾਏ। ਜੇ ਇਸ ਭੋਜਨ ਨੂੰ ਕੋਈ ਖਾਏ, ਪਚਾਏ, ਯਾਨੀ ਇਹਦੇ ਤੇ ਅਮਲ ਕਰੇ,
तिसका होए उद्धारो, ओदा उद्धार हो जाएगा। जे कोई सच बोले, संतोख विच रहे और नाल रजा दे विच तुरे, इस भोजन नूं वरते, उस बंदे दा उद्धार हो जाएगा। इसलिए गुरु जी कहते ने तम संसार चरण लग तरिए, सब नानक ब्रह्म पसारो। गुरु ਦੇ ਚਰਨੀ ਲੱਗ ਕੇ ਹਨੇਰੇ ਸੰਸਾਰ ਨੂੰ ਤਰੋ, ਭੁਲੇਖੇ ਦੇ ਵਿੱਚੋਂ ਦੂਰ ਆਓ। ਤੇ ਜਦੋਂ ਤੁਹਾਡਾ ਭੁਲੇਖਾ ਮਿਟੇਗਾ, ਅਗਿਆਨਤਾ ਮਿਟੇਗੀ, ਸਭ ਨਾਨਕ ਬ੍ਰਹਮ ਪਸਾਰੋ। ਗੁਰੂ ਜੀ ਕਹਿੰਦੇ ਆ ਸਾਰਾ ਪਸਾਰਾ ਬ੍ਰਹਮ ਦਾ ਰੂਪ ਨਜ਼ਰੀ ਪਵੇਗਾ, ਸਾਰੇ ਪਸਾਰੇ ਵਿੱਚ ਰੱਬ ਦਿਸੇਗਾ, ਜਰਰੇ ਜਰਰੇ ਅੰਦਰ ਸਮਾਇਆ ਨਜ਼ਰੀ ਪਵੇਗਾ। ਤਾਂ ਜ਼ਰੂਰਤ ਹੈ ਹਰੀ ਦੇ ਰਸ ਨੂੰ ਪੱਲੇ ਪਾਉਣ ਦੀ। ਹਰ ਰਸ ਪੱਲੇ ਪਾਉਣ ਦਾ ਮਤਲਬ ਹੈ ਰੱਬ ਦੇ ਗੁਣਾਂ ਦੀ ਗੱਲ ਕਰਨੀ, ਰੱਬ ਦੇ ਗੁਣਾਂ ਦੀ ਜ਼ਿੰਦਗੀ ਦੇ ਅੰਦਰ ਵਰਤੋਂ ਕਰਨੀ। ਤੇ ਜਿਹੜਾ ਵਰਤੋਂ ਕਰੇਗਾ, ਬਹੁ ਨਾ ਤ੍ਰਿਸ਼ਨਾ ਲਾਗੇ ਆਏ, ਉਹਨੂੰ ਫਿਰ ਮੁੜ ਕੇ ਤ੍ਰਿਸ਼ਨਾ ਨਹੀਂ ਲੱਗੇਗੀ। ਕਾਹਦੀ ਤ੍ਰਿਸ਼ਨਾ? ਉਹਦਾ ਮਨ ਫਿਰ ਝੂਠ ਬੋਲਣ ਵਾਸਤੇ ਨਹੀਂ ਕਰੇਗਾ, ਉਹਦੇ ਅੰਦਰ ਝੂਠ ਦਾ ਫੁਰਨਾ ਵੀ ਨਹੀਂ ਪੈਦਾ ਹੋਏਗਾ। ਉਹਨੂੰ ਸਮਝ ਆ ਜਾਏਗੀ ਕਿ ਸੱਚ ਇੰਨਾ ਕੀਮਤੀ ਹੈ ਤੇ ਮੈਂ ਝੂਠ ਵਿਅਰਥ ਵਿੱਚ ਕਿਉਂ ਬੋਲਾਂ। ਜਿਸ ਬੰਦੇ ਦੀ ਜ਼ਿੰਦਗੀ ਵਿੱਚ ਇੱਕ ਵਾਰ ਪਿਆਰ ਪੈਦਾ ਹੋ ਜਾਏ ਨਾ, ਔਰ ਪਿਆਰ ਦੇ ਨਾਲ ਉਹਨੂੰ ਸ਼ਾਂਤੀ ਮਿਲੇ, ਉਹ ਬੰਦੇ ਦੇ ਅੰਦਰ ਈਰਖਾ ਦਾ ਬੀਜ ਫਿਰ ਮੁੜ ਕੇ ਕਦੇ ਨਹੀਂ ਫੁੱਟੇਗਾ। ਜਿਹਦੇ ਅੰਦਰ ਸੰਤੋਖ ਪੈਦਾ ਹੋ ਜਾਏ, ਉਹ ਮੁੜ ਕੇ ਲਾਲਚ ਕਰਕੇ ਕਿਸੇ ਹੋਰ ਦਾ ਹੱਕ ਨਹੀਂ ਖਾਏਗਾ। ਜਿਹਦੇ ਅੰਦਰ ਨਿਰਵੈਰਤਾ ਪੈਦਾ ਹੋ ਜਾਏ, ਉਹ ਫਿਰ ਐਵੇਂ ਹੀ ਖਹਿ ਖਹਿ ਨਹੀਂ ਮਰਦਾ ਰਹੇਗਾ ਲੋਕਾਂ ਦੇ ਨਾਲ। ਜਿਸ ਦੇ ਅੰਦਰ ਨਿਮਰਤਾ ਦਾ ਰਸ ਆ ਜਾਏ ਨਾ, ਉਹ ਮੁੜ ਕੇ ਹੰਕਾਰ ਦੇ ਨਾਲ ਫੂੰ ਫੂੰ ਨਹੀਂ ਕਰੇਗਾ। ਮੁੜ ਕੇ ਇਹ ਵਿਕਾਰਾਂ ਦੀ ਤ੍ਰਿਸ਼ਨਾ ਨਹੀਂ ਲੱਗੇਗੀ, ਮੁੜ ਕੇ ਉਹ ਰਸਾਂ ਕਸਾਂ ਦੇ ਵਿੱਚ ਨਹੀਂ ਉਲਝੇਗਾ, ਮੁੜ ਕੇ ਉਹ ਐਸੇ ਮੰਦੇ ਬੋਲ ਨਹੀਂ ਬੋਲੇਗਾ। ਤਾਂ ਦੇਖੋ ਕਿੰਨਾ ਸੌਖਾ ਸਾਧਨ ਹੈ। ਸਿਰਫ ਜ਼ਬਾਨ ਦੇ ਉੱਤੇ ਕੰਟਰੋਲ ਕਰਕੇ ਬੰਦਾ ਆਪਣੀ ਸਾਰੀ ਜ਼ਿੰਦਗੀ ਬਦਲ ਸਕਦਾ ਹੈ। ਜ਼ਬਾਨ ਦੇ ਉੱਤੇ ਕੰਟਰੋਲ ਕਰਕੇ ਬੰਦਾ ਆਪਣਾ ਵਿਕਾਸ ਕਰ ਸਕਦਾ ਹੈ। ਇਸ ਲਈ ਕਦੇ ਵੀ ਨਕਾਰਾਤਮਕ ਬੋਲ ਆਪਣੇ ਵਾਸਤੇ ਨਾ ਬੋਲੋ, ਹਮੇਸ਼ਾ ਆਪਣੇ ਵਾਸਤੇ ਸਕਾਰਾਤਮਕ ਬੋਲ ਬੋਲੋ, ਖੁਸ਼ੀਆਂ ਵਾਲੇ ਬੋਲ ਬੋਲੋ। ਦੇਖੋ ਅਸੀਂ ਇੱਕ ਮਿਸਾਲ ਆਮ ਦਿੰਦੇ ਹਾਂ ਨਾ, ਸਿਆਣੇ ਬੰਦੇ ਸਾਨੂੰ ਇਹ ਦੱਸਦੇ ਨੇ, ਅਸੀਂ ਲੋਕਾਂ ਤੋਂ ਸੁਣਦੇ ਹਾਂ, ਆਪ ਵੀ ਬੋਲਦੇ ਹਾਂ, ਕਿ ਇੱਕ ਅਧਿਆਪਕ ਸਕੂਲ ਦੇ ਵਿੱਚ ਪੁੱਛ ਰਿਹਾ ਹੈ, ਅੱਧਾ ਗਲਾਸ ਹੈ ਪਾਣੀ ਦਾ, ਤੇ ਉਹ ਬੱਚਿਆਂ ਤੋਂ ਪੁੱਛਦਾ ਕਿ ਬੱਚਿਓ ਇਹ ਗਲਾਸ ਬਾਰੇ ਕੀ ਕਹੋਗੇ। ਇੱਕ ਬੱਚਾ ਕਹਿੰਦਾ ਹੈ ਮਾਸਟਰ ਜੀ ਅੱਧਾ ਗਲਾਸ ਖਾਲੀ ਹੈ। ਦੂਜਾ ਕਹਿੰਦਾ ਹੈ ਅੱਧਾ ਗਲਾਸ ਭਰਿਆ ਹੋਇਆ ਹੈ। ਤੇ ਤੀਜਾ ਕਹਿੰਦਾ ਹੈ ਸਾਰਾ ਗਲਾਸ ਹੀ ਭਰਿਆ ਹੋਇਆ ਹੈ। ਹੁਣ ਤਿੰਨ ਬੰਦਿਆਂ ਦੀ ਬੋਲੀ ਹੈ। ਦੇਖੋ ਜਿਹੜਾ ਕਹਿ ਰਿਹਾ ਨਾ ਅੱਧਾ ਗਲਾਸ ਖਾਲੀ ਹੈ ਉਹ ਵੀ ਸੱਚਾ, ਲੇਕਿਨ ਉਹਦੀ ਸੋਚ ਨਕਾਰਾਤਮਕ ਹੈ, ਨੈਗੇਟਿਵਿਟੀ ਹੈ। ਉਹ ਖਾਲੀ ਵੇਖ ਰਿਹਾ, ਉਹ ਖਾਲੀ ਪਲ ਵੇਖ ਰਿਹਾ ਹੈ। ਜਿੱਥੇ ਵੀ ਜਾਏਗਾ ਉਹਨੂੰ ਖਾਲੀਪਨ ਦਿਸੇਗਾ, ਕਿਉਂਕਿ ਉਹਦੀ ਆਦਤ ਹੈ ਨਾ ਖਾਲੀ ਵੇਖਣ ਦੀ, ਨੈਗੇਟਿਵਿਟੀ ਹੈ। ਦੂਜਾ ਬੰਦਾ ਵੇਖ ਰਿਹਾ ਕਿ ਅੱਧਾ ਗਲਾਸ ਭਰਿਆ ਹੈ, ਉਹ ਵੀ ਸੱਚਾ ਹੈ, ਲੇਕਿਨ ਉਹ ਅੱਧਾ ਭਰਿਆ ਵੇਖ ਰਿਹਾ ਹੈ। ਦੇਖ ਭਰੇ ਨੂੰ ਹੀ ਰਿਹਾ ਹੈ, ਪਰ ਸੰਪੂਰਨਤਾ ਨਹੀਂ ਵੇਖ ਰਿਹਾ। ਉਹਨੂੰ ਵੀ ਅੱਧਾ ਕਿਤੇ ਨਾ ਕਿਤੇ ਗੜਬੜ ਨਜ਼ਰੀ ਪਵੇਗੀ, ਯਾਰ ਅੱਧਾ ਠੀਕ ਹੈ, ਅੱਧਾ ਆਟੋਮੈਟਿਕਲੀ ਗਲਤ ਨਜ਼ਰੀ ਪਵੇਗੀ। ਤੇ ਤੀਜਾ ਕਹਿੰਦਾ ਜੀ ਇਹ ਸਾਰਾ ਗਲਾਸ ਹੀ ਭਰਿਆ ਹੋਇਆ ਹੈ, ਅੱਧਾ ਪਾਣੀ ਨਾਲ ਭਰਿਆ ਹੈ, ਅੱਧਾ ਹਵਾ ਦੇ ਨਾਲ ਭਰਿਆ, ਅੱਧਾ ਪਾਣੀ ਨਾਲ ਭਰਿਆ ਹੈ, ਅੱਧਾ ਹਵਾ ਦੇ ਨਾਲ ਭਰਿਆ। ਉਹਨੂੰ ਹਰ ਥਾਂ ਦੇ ਉੱਤੇ ਪਰਿਪੂਰਨ ਚੀਜ਼ ਨਜ਼ਰੀ ਪਵੇਗੀ, ਉਹ ਪੂਰਨ ਤੌਰ ਤੇ ਸੰਤੁਸ਼ਟ ਹੋਏਗਾ। ਉਹਨੂੰ ਹਰ ਥਾਂ ਦੇ ਉੱਤੇ ਕੋਈ ਨਾ ਕੋਈ ਵਿਕਾਸ ਦਾ ਮੌਕਾ ਨਜ਼ਰੀ ਪਵੇਗਾ। ਸੰਸਾਰ ਵਿੱਚ ਜਿੱਥੇ ਵੀ ਉਹ ਜਾਏਗਾ, ਤਾਂ ਨਜ਼ਰੀਆ ਨਾ ਆਪਣਾ। ਇੱਕ ਮਾਤਾ ਲੰਘ ਰਹੀ ਸੀ ਵਡੇਰੀ, ਤੇ ਮਜ਼ਦੂਰ ਕੁਝ ਕੰਮ ਕਰ ਰਹੇ ਸਨ। ਗਰਮੀ ਧੁੱਪ ਪੈ ਰਹੀ ਸੀ, ਤੇ ਉਸ ਮਾਤਾ ਨੇ ਇੱਕ ਮਜ਼ਦੂਰ ਤੋਂ ਪੁੱਛਿਆ ਬੇਟਾ ਕੀ ਕਰ ਰਹੇ ਹੋ। ਕਹਿੰਦਾ ਮਾਈ ਅੰਨੀ ਹੋਈ ਹੈ, ਤੈਨੂੰ ਨਹੀਂ ਦਿਸਦਾ, ਸਿਰ ਸੜਾ ਰਿਹਾ, ਧੁੱਪ ਦੇ ਵਿੱਚ ਦਿਹਾੜੀ ਕਰਨਾ ਪਿਆ। ਦੂਜੇ ਬੰਦੇ ਤੋਂ ਉਹਨੇ ਪੁੱਛਿਆ ਵੀ ਬੇਟਾ ਕੀ ਕਰ ਰਹੇ ਹੋ।
ਉਹਨੇ ਕਹਿਣ ਲੱਗਾ, ਮਾਤਾ ਦਿਹਾੜੀ ਕਰਕੇ 4 ਪੈਸੇ ਬਣਾ ਕੇ ਬੱਚੇ ਪਾਲ ਰਿਹਾ। ਤੀਜੇ ਨੂੰ ਪੁੱਛਿਆ ਕੀ ਕਰ ਰਹੇ ਹੈ? ਕਹਿਣ ਲੱਗਾ, ਮਾਤਾ ਇਹ ਸਾਡੇ ਸ਼ਹਿਰ ਦੀ ਸ਼ਾਨਦਾਰ ਇਮਾਰਤ ਬਣਾ ਰਿਹਾ ਹਾਂ, ਬਹੁਤ ਸ਼ਾਨਦਾਰ ਇਮਾਰਤ ਜੋ ਸਾਡੇ ਸ਼ਹਿਰ ਦੀ ਸ਼ਾਨ ਹੋਵੇਗੀ। ਇਹਨੂੰ ਲੋਕ ਵੇਖਣ ਵਾਸਤੇ ਆਉਣਗੇ, ਵਿਜ਼ਿਟਰ ਆਉਣਗੇ। ਇਹ ਸ਼ਹਿਰ ਦੀ ਜਿਹੜੀ ਹੈ, ਇੱਥੇ ਲੋਕ ਆਉਣਗੇ, ਇੱਥੇ ਇਨਕਮ ਦਾ ਸੋਰਸਸ ਬਣਨਗੇ, ਲੋਕਾਂ ਨੂੰ ਇੱਥੇ ਮਜ਼ਦੂਰੀ ਮਿਲੇਗੀ, ਕੰਮ ਮਿਲੇਗਾ। ਸ਼ਹਿਰ ਦੀ ਸਭ ਤੋਂ ਖੂਬਸੂਰਤ ਇਮਾਰਤ ਬਣਾ ਰਿਹਾ। ਹੁਣ ਦੇਖੋ, ਬੰਦੇ 3 ਨੇ, ਤਿੰਨਾਂ ਨੂੰ ਦਿਹਾੜੀ ਮਿਲਣੀ। ਇੱਕ ਕਹਿੰਦਾ ਹੈ ਸਿਰ ਸੜਾ ਰਿਹਾ, ਪੈਸੇ ਉਹਨੂੰ ਹੀ ਉਹਨੇ ਮਿਲਣੇ ਨੇ, ਪਰ ਉਹ ਫੀਲ ਕਰ ਰਿਹਾ ਹੈ ਸਿਰ ਸੜਾ ਰਿਹਾ ਤੇ ਸਿਰ ਹੀ ਸੜਾ ਰਿਹਾ, ਉਹਨੂੰ ਖੁਸ਼ੀ ਨਸੀਬ ਨਹੀਂ ਹੋ ਰਹੀ। ਦੂਜਾ ਬੰਦਾ ਹੈ, ਕਹਿੰਦਾ ਹੈ ਦਿਹਾੜੀ ਕਰਕੇ ਬੱਚੇ ਪਾਲ ਰਿਹਾ, ਤਾਂ ਉਹ ਕੇਵਲ ਬੱਚੇ ਪਾਲਣ ਤੱਕ ਸੀਮਤ ਹੈ। ਬੱਚੇ ਪਹਿਲੇ ਦੇ ਵੀ ਪਲਨੇ ਨੇ, ਕਿਉਂਕਿ ਪੈਸੇ ਤੇ ਉਹਨੂੰ ਵੀ ਮਿਲਦੇ, ਬੱਚੇ ਦੂਜੇ ਦੇ ਵੀ ਪਲਨੇ, ਬੱਚੇ ਤੀਜੇ ਦੇ ਵੀ ਪਲਨੇ ਨੇ, ਪੈਸੇ ਉਹਨੂੰ ਹੀ ਉਹਨੇ ਮਿਲਨੇ ਨੇ। ਪਰ ਉਹਦੇ ਮਨ ਦੇ ਅੰਦਰ ਕਿੰਨੀ ਪੋਜ਼ਿਟਿਵਿਟੀ ਹੈ, ਪੂਰੇ ਸ਼ਹਿਰ ਨੂੰ ਆਪਣਾ ਸਮਝ ਰਿਹਾ ਹੈ। ਉਹ ਬੰਦਾ ਕਦੇ ਕੰਮ ਕਰਦਾ ਹੋਇਆ ਥੱਕੇਗਾ ਨਹੀਂ, ਕਿਉਂਕਿ ਸ਼ਹਿਰ ਦੀ ਸਭ ਤੋਂ ਕੀਮਤੀ ਇਮਾਰਤ ਬਣਾ ਰਿਹਾ ਹਾਂ। ਇੱਥੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਕੰਮ ਮਿਲੇਗਾ, ਰੁਜ਼ਗਾਰ ਮਿਲਣਗੇ, ਲੋਕ ਇੱਥੇ ਵਿਜ਼ਟਰ ਆਉਣਗੇ, ਇੱਥੇ ਖੁਸ਼ੀਆਂ। ਉਹ ਦੇਖੋ ਕਿੰਨੀਆਂ ਖੁਸ਼ੀਆਂ ਵੇਖ ਰਿਹਾ, ਸਾਰਾ ਦਿਨ ਦਿਹਾੜੀ ਕਰਦਾ ਹੋਇਆ ਬੰਦਾ ਥੱਕੇਗਾ ਨਹੀਂ। ਤਾਂ ਨਜ਼ਰ ਹੀ ਹੈ ਨਾ ਆਪਣਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੇ ਤੇਰੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਆ ਜਾਣ, ਤੂੰ ਆਪਣੀ ਜ਼ਬਾਨ ਤੇ ਕੰਟਰੋਲ ਕਰ ਲਵੇਂ, ਸੱਚੇ ਪਿਆਰੇ ਮਿੱਠੇ ਰੱਬ ਦੀ ਸਿਫਤ ਸਲਾਹ ਵਾਲੇ ਬੋਲ ਬੋਲੇ, ਜੇ ਤੇਰੇ ਪੱਲੇ ਇੱਕ ਵਾਰ ਇਹ ਰੱਬ ਦਾ ਰਸ ਪੈ ਜਾਏ, ਫਿਰ ਤੈਨੂੰ ਵਿਕਾਰਾਂ ਦੀ ਤ੍ਰਿਸ਼ਨਾ ਨਹੀਂ ਲੱਗੇਗੀ, ਫਿਰ ਤੇਰੇ ਅੰਦਰ ਮਾੜੇ ਫੁਰਨੇ ਨਹੀਂ ਫੁਰਨਗੇ, ਫਿਰ ਤੇਰਾ ਜੀਵਨ ਸਫਲਾ ਹੋ ਜਾਏਗਾ। ਪਰ ਇਹ ਹਰੀ ਦਾ ਰਸ ਮਿਲੇਗਾ ਕਿਵੇਂ? ਦੇਖੋ, ਹੈ ਤੇ ਗੱਲ ਬੜੀ ਸੌਖੀ। ਗੁਰੂ ਜੀ ਕਹਿੰਦੇ ਨੇ, ਇਹ ਹਰ ਰਸ ਕਰਮੀ ਪਾਈ ਹੈ। ਕਰਮੀ ਦਾ ਮਤਲਬ ਰਹਿਮਤ, ਰਹਿਮਤ ਨਾਲ ਮਿਲੇਗਾ, ਕਿਰਪਾ ਨਾਲ ਮਿਲੇਗਾ। ਹੁਣ ਕਿਰਪਾ ਕਿਵੇਂ ਮਿਲੇਗੀ? ਸਤਿਗੁਰ ਮਿਲੇ ਜਿਸ ਆਏ, ਜਿਹਨੂੰ ਗੁਰੂ ਮਿਲ ਪਵੇਗਾ, ਯਾਨੀ ਗੁਰੂ ਦੇ ਗਿਆਨ ਰਾਹੀਂ ਇਹ ਬਖਸ਼ਿਸ਼ ਹੋਈ। ਇਹਦਾ ਮਤਲਬ ਸਾਨੂੰ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਸੇਧ ਲੈਣੀ ਚਾਹੀਦੀ ਹੈ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰੂ ਨੇ ਸਾਨੂੰ ਗਿਆਨ ਦੇਣਾ ਹੈ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਗਿਆਨ ਦੀ ਦਾਤ ਦੇਣੀ ਹੈ, ਤੇ ਉਸ ਗਿਆਨ ਦੇ ਨਾਲ ਅਸਾਂ ਪਰਖਣਾ ਹੈ ਆਪਣੇ ਬੋਲਾਂ ਨੂੰ। ਅਸੀਂ ਲੋਕਾਂ ਨੂੰ ਤੇ ਬਹੁਤ ਪਰਖਨੇ ਆ, ਮੈਂ ਲੋਕਾਂ ਨੂੰ ਬਹੁਤ ਪਰਖਣਾ, ਫਲਾਂ ਬੰਦੇ ਦੇ ਬੋਲ ਨਹੀਂ ਚੰਗੇ, ਫਲਾਂ ਭੈਣ ਦੇ ਬੋਲ ਨਹੀਂ ਚੰਗੇ, ਉਸ ਵੀਰ ਦੇ ਬੋਲ ਨਹੀਂ ਚੰਗੇ, ਉਹਦਾ ਜੀਵਨ ਨਹੀਂ ਠੀਕ। ਅਸੀਂ ਲੋਕਾਂ ਨੂੰ ਤੇ ਪਰਖਨੇ ਆ ਸਵੇਰ ਤੋਂ ਸ਼ਾਮ ਤੱਕ। ਪਰ ਜੇ ਬੰਦਾ ਗਿਆਨ ਦੀ ਵਰਤੋਂ ਕਰਕੇ ਕਿਤੇ ਆਪਣੇ ਆਪ ਨੂੰ ਪਰਖੇ ਨਾ, ਆਪਣੇ ਬੋਲਾਂ ਨੂੰ ਪਰਖੇ, ਨਿਸ਼ਪਕਸ਼ ਹੋ, ਇਮਾਨਦਾਰੀ ਦੇ ਨਾਲ ਗੁਰੂ ਦੀ ਪਾਵਨ ਬਾਣੀ ਮੁਤਾਬਕ ਪਰਖੇ ਕਿ ਕੀ ਮੇਰੇ ਬੋਲ ਠੀਕ ਨੇ, ਮੈਂ ਗੁਰਬਾਣੀ ਮੁਤਾਬਕ ਬੋਲ ਰਿਹਾ ਹਾਂ, ਗੁਰਬਾਣੀ ਮੁਤਾਬਕ ਸੋਚ ਰਿਹਾ ਹਾਂ। ਜੇ ਅੰਦਰੋਂ ਆਵਾਜ਼ ਆਵੇ ਕਿ ਹਾਂ ਵੀ ਪਿਆਰਿਆ, ਤੇਰੀ ਸੋਚ ਬਾਣੀ ਮੁਤਾਬਕ ਠੀਕ ਹੈ, ਤੇਰੇ ਬੋਲ ਠੀਕ ਨੇ, ਤਾਂ ਸਮਝ ਲਓ ਠੀਕ ਨੇ। ਤੇ ਜੇ ਅੰਦਰੋਂ ਆਵਾਜ਼ ਆਵੇ ਵੀ ਬੋਲ ਮੇਰੀ ਬਾਣੀ ਮੁਤਾਬਕ ਤਾਂ ਨਹੀਂ, ਗੁਰਬਾਣੀ ਮੁਤਾਬਕ ਮੇਰੀ ਸੋਚ ਨਹੀਂ, ਗੁਰਬਾਣੀ ਮੁਤਾਬਕ ਮੇਰੀ ਜ਼ਿੰਦਗੀ ਨਹੀਂ, ਮੇਰਾ ਵਿਹਾਰ ਉਹ ਜਿਹਾ ਨਹੀਂ ਜਿਹੋ ਜਿਹਾ ਸਤਿਗੁਰੂ ਚਾਹੁੰਦੇ ਨੇ। ਜੋ ਇੱਕ ਰੋਲ ਮਾਡਲ ਇਨਸਾਨ ਦਾ ਜੀਵਨ ਚਾਹੀਦਾ, ਮੇਰਾ ਜੀਵਨ ਉਹ ਜਿਹਾ ਤੇ ਨਹੀਂ ਹੈ, ਤਾਂ ਫਿਰ ਸਾਨੂੰ ਬਦਲਣਾ ਚਾਹੀਦਾ ਨਾ। ਗੁਰੂ ਗਿਆਨ ਮੁਤਾਬਕ ਸਾਨੂੰ ਆਪਣਾ ਜੀਵਨ ਪਰਖਣਾ ਪਵੇਗਾ। ਜਿਹੜਾ ਬੰਦਾ ਖੁਸ਼ੀ ਚਾਹੁੰਦਾ ਹੈ, ਆਪਣੇ ਜੀਵਨ ਨੂੰ ਬਦਲ ਲਓ, ਜਦੋਂ ਮਰਜ਼ੀ ਅਸੀਂ ਬਦਲ ਸਕਦੇ ਹਾਂ। ਇਹ ਹਰ ਰਸ ਕਰਮੀ ਪਾਈ ਹੈ, ਰਹਿਮਤ ਦੇ ਨਾਲ ਇਹ ਰਸ ਮਿਲੇਗਾ। ਤੇ ਰਹਿਮਤ ਕਿਹਦੇ ਤੇ ਹੋਏਗੀ? ਸਤਿਗੁਰ ਮਿਲੇ ਜਿਸ ਆਏ, ਜਿਹਨੂੰ ਗੁਰੂ ਆ ਮਿਲੇਗਾ, ਯਾਨੀ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲਵੇਗਾ, ਜੋ ਗੁਰੂ ਅਨੁਸਾਰ ਜ਼ਿੰਦਗੀ ਜੀਵੇਗਾ, ਗਿਆਨ ਗੁਰੂ ਦੀ ਅਗਵਾਈ ਵਿੱਚ ਜੀਵੇਗਾ, ਜੋ ਗੁਰਬਾਣੀ ਮੁਤਾਬਕ ਆਪਣਾ ਜੀਵਨ ਬਿਤਾਏਗਾ। ਦੇਖੋ ਸਾਨੂੰ ਕਿੰਨਾ ਲਾਭ ਹੈ ਬਾਣੀ ਪੜ੍ਹਨ ਦਾ। ਜੇ ਅਸੀਂ ਗੁਰਬਾਣੀ ਆਪ ਪੜ੍ਹੀਏ,
ਗੁਰਬਾਣੀ ਦੀ ਵਿਚਾਰ ਕਰੀਏ ਤੇ ਫਿਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਏ। ਜੀਵਨ ਜੀਣ ਵਾਸਤੇ ਹੈ ਬਾਣੀ। ਫਿਰ ਜੀਵਨ ਵਿੱਚ ਆਨੰਦ ਪੈਦਾ ਹੋ ਜਾਏ, ਫਿਰ ਰੱਬ ਵਰਗੇ ਹੋ ਜਾਓ, ਜੀਵਨ ਵਿੱਚ ਖੁਸ਼ੀਆਂ ਆ ਜਾਣਗੀਆਂ। ਅਗਲਾ ਬਚਨ ਕਰਦੇ ਨੇ, ਕਹੇ ਨਾਨਕ ਹੋਰ ਅਨਰਸ ਸਭ ਵਿਸਰੇ। ਅਨਰਸ ਦਾ ਮਤਲਬ ਜਿਹੜੇ ਹੋਰ ਸਵਾਦ ਨੇ। ਹੋਰ ਸਵਾਦ ਕਿਹੜੇ ਨੇ? ਝੂਠ ਦੇ ਵਿੱਚੋਂ ਅਸੀਂ ਰਸ ਲੈਂਦੇ ਹਾਂ, ਨਿੰਦਿਆ ਚੋਂ ਰਸ ਲੈਂਦੇ ਹਾਂ, ਈਰਖਾ ਚੋਂ ਰਸ ਲੈਂਦੇ ਹਾਂ, ਹੰਕਾਰ ਵਿੱਚੋਂ ਰਸ ਆਉਂਦਾ ਹੈ। ਆ ਬਾਕੀ ਸ਼ਰਾਬਾਂ ਨੇ, ਵਿਕਾਰ ਨੇ, ਇਹ ਸਾਰੇ ਰਸ ਭੁੱਲ ਹੀ ਜਾਣਗੇ, ਇਹ ਕਦੇ ਚੇਤਾ ਵੀ ਨਹੀਂ ਆਉਣਗੇ। ਇਹਨਾਂ ਕਰਕੇ ਦੁੱਖ ਨੇ, ਇਹਨਾਂ ਕਰਕੇ ਚਿੰਤਾਵਾਂ ਨੇ, ਇਹਨਾਂ ਕਰਮਾਂ ਕਰਕੇ ਪਛਤਾਵੇ ਨੇ, ਇਹਨਾਂ ਕਰਮਾਂ ਕਰਕੇ ਸਾਡੇ ਜੀਵਨ ਦੇ ਅੰਦਰ ਕਮੀਆਂ ਨੇ, ਦੋਸ਼ ਨੇ, ਵਿਕਾਰ ਨੇ, ਲੜਾਈਆਂ ਨੇ, ਝਗੜੇ ਨੇ, ਦੰਗੇ ਫਸਾਦ ਨੇ, ਅਸ਼ਾਂਤੀ ਹੈ। ਇਹ ਸਾਰੇ ਰਸ ਹੀ ਵਿਸਰ ਜਾਣਗੇ। ਤੇ ਜਦੋਂ ਅੰਦਰੋਂ ਵਿਕਾਰ ਚਲੇ ਗਏ ਤੇ ਜਿਹੜੇ ਦੁੱਖ ਦਰਦ ਸਨ ਉਹ ਵੀ ਨਾਲ ਹੀ ਤੁਰ ਜਾਣਗੇ। ਸਤਿਗੁਰ ਦਿੱਤਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਗੁਰੂ ਜੀ ਕਹਿੰਦੇ ਨੇ, ਕਹੇ ਨਾਨਕ ਹੋਰ ਅਨਰਸ ਸਭ ਵਿਸਰੇ। ਪਰ ਭੁੱਲਣਗੇ ਕਦੋਂ? ਜਾਂ ਹਰ ਵਸੈ ਮਨ ਆਏ, ਜਦੋਂ ਰੱਬ ਮਨ ਵਿੱਚ ਆਣ ਕੇ ਵਸ ਜਾਏਗਾ। ਰੱਬ ਮਨ ਵਿੱਚ ਵਸ ਜਾਏਗਾ ਦਾ ਮਤਲਬ ਜਦੋਂ ਰੱਬ ਦੇ ਗੁਣ ਮਨ ਵਿੱਚ ਵਸ ਜਾਣਗੇ, ਜਦੋਂ ਸੱਚ ਮਨ ਵਿੱਚ ਵਸ ਜਾਏਗਾ, ਨਿਰਵੈਰਤਾ ਵਸ ਜਾਏਗੀ, ਨਿਰਭੈਤਾ ਵਸ ਜਾਏਗੀ, ਇੱਕ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਜਦੋਂ ਇਹ ਗੁਣ ਅੰਦਰ ਵਸ ਜਾਏਗਾ, ਉਦੋਂ ਅਨਰਸ ਸਾਰੇ ਨਿਕਲ ਜਾਣਗੇ। ਗੁਰੂ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ, ਨਸ ਵੰਜੋ ਕਿਲ ਵਿਖੂ ਕਰਤਾ ਕਰ ਆਇਆ। ਜਿਵੇਂ ਮਕਾਨ ਕਿਰਾਏ ਤੇ ਦਿੱਤਾ ਹੋਇਆ ਨਾ ਕਿਸੇ ਨੇ, ਕਿ ਜੇ ਆਪ ਰਹਿਣ ਦਾ ਮੂਡ ਬਣੇ ਬੰਦੇ ਦਾ, ਤੇ ਫਿਰ ਕਿਰਾਏਦਾਰ ਨੂੰ ਮਾਲਕ ਕਹਿੰਦਾ ਨਾ ਵੀ ਸੱਜਣਾ, ਹੁਣ ਮੈਂ ਆਪਣੇ ਮਕਾਨ ਵਿੱਚ ਆਉਣਾ ਚਾਹੁੰਦਾ, ਤੇ ਮਹੀਨੇ 2 ਮਹੀਨੇ ਵਿੱਚ ਵੀਰ ਤੂੰ ਆਪਣਾ ਹੁਣ ਜਗ੍ਹਾ ਕੋਈ ਹੋਰ ਵੇਖ ਲੈ, ਅਸੀਂ ਇੱਥੇ ਆਪ ਰਹਿਣਾ ਚਾਹੁੰਦੇ। ਤਾਂ ਕਿਰਾਏਦਾਰ ਚਲਾ ਜਾਂਦਾ ਨਾ, ਮਕਾਨ ਦਾ ਮਾਲਕ ਆ ਜਾਂਦਾ ਤੇ ਕਿਰਾਏਦਾਰ ਨੂੰ ਛੱਡਣਾ ਪੈਂਦਾ। ਤੇ ਜੇ ਗੁਰੂ ਜੀ ਕਹਿੰਦੇ ਨੇ ਇਸ ਘਰ ਦਾ ਕਰਤਾ ਜਿਹੜਾ ਰੱਬ ਆ ਜਾਵੇ, ਇੱਥੇ ਸੱਚ ਆ ਜਾਏ। ਸਾਡਾ ਅਸਲੀ ਗੁਣ ਤੇ ਸੱਚ ਹੈ। ਰੱਬ ਨੇ ਸਾਨੂੰ ਝੂਠ ਦੇ ਕੇ ਨਹੀਂ ਭੇਜਿਆ। ਕੁਦਰਤ ਨੇ ਸਾਨੂੰ ਸੱਚ ਦਿੱਤਾ ਹੈ, ਕੁਦਰਤ ਨੇ ਸਾਨੂੰ ਨਿਯਮ ਦਿੱਤੇ ਨੇ, ਦਇਆ ਦਿੱਤੀ ਹੈ, ਇਨਸਾਨੀਅਤ ਦਿੱਤੀ ਹੈ, ਸੁਹੱਪਨ ਦਿੱਤਾ ਹੈ, ਕੋਮਲਤਾ ਦਿੱਤੀ ਹੈ, ਸ਼ੁਭ ਗੁਣਾਂ ਦੇ ਸੁਗੰਧ ਦਿੱਤੀ ਹੈ। ਪਰ ਅਸੀਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਤੇ ਇੱਥੇ ਈਰਖਾ, ਦਵੈਸ਼ ਔਰ ਦੁਰਗੰਧ ਇਕੱਠੀ ਕਰ ਲਈ। ਕੂੜਾ ਕਰਕਟ ਅਸੀਂ ਆਪ ਇਕੱਠਾ ਕਰ ਲਿਆ। ਤੇ ਜੇ ਹੁਣ ਇਸ ਮਕਾਨ ਦਾ ਮਾਲਕ ਆਪ ਆ ਜਾਏ ਤੇ ਵਿਕਾਰ ਚਲੇ ਜਾਣਗੇ। ਜੇ ਸੱਚ ਆ ਜਾਏ, ਝੂਠ ਆਪੇ ਚਲੇ ਜਾਣਾ। ਪ੍ਰੇਮ ਨੂੰ ਮਨ ਵਿੱਚ ਵਸਾ ਲਓ, ਈਰਖਾ ਆਪੇ ਚਲੀ ਜਾਏਗੀ। ਦਇਆ ਨੂੰ ਮਨ ਵਿੱਚ ਵਸਾ ਲਓ, ਕੁਦਇਆ ਕਠੋਰਤਾ ਆਪੇ ਚਲੀ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਹਰੀ ਆਣ ਕੇ ਮਨ ਵਿੱਚ ਵਸ ਜਾਏਗਾ, ਫਿਰ ਜ਼ਬਾਨ ਦੇ ਚਸਕੇ ਆਪੇ ਹੀ ਚਲੇ ਜਾਣਗੇ। ਸ਼ਰਾਬ ਪੀਣ ਤੇ ਜੀ ਨਹੀਂ ਕਰੇਗਾ, ਵਿਕਾਰ ਕਮਾਉਣ ਤੇ ਜੀ ਨਹੀਂ ਕਰੇਗਾ, ਬੇਗਾਨਾ ਹੱਕ ਖਾਣ ਤੇ ਜੀ ਨਹੀਂ ਕਰੇਗਾ, ਅੰਦਰੋਂ ਝੂਠ ਦਾ ਕੋਈ ਸੰਕਲਪ ਵਿਕਲਪ ਪੈਦਾ ਨਹੀਂ ਹੋਏਗਾ। ਤੇਰੇ ਜੀਵਨ ਅੰਦਰ ਖੁਸ਼ੀ, ਖੇੜਾ ਔਰ ਪ੍ਰਸੰਨਤਾ ਆ ਜਾਏਗੀ। ਤਾਂ ਇਸ 32ਵੀਂ ਪੌੜੀ ਦੇ ਅੰਦਰ ਜੋ ਆਨੰਦ ਵਾਸਤੇ ਸਾਨੂੰ ਜੀਵਨ ਦੀ ਜੁਗਤ ਦਿੱਤੀ ਹੈ, ਉਹ ਹੈ ਕਿ ਆਪਣੀ ਜ਼ਬਾਨ ਵੱਲ ਧਿਆਨ ਦੇਣਾ। 70-75 ਕਿਲੋ ਸਰੀਰ ਸੰਭਾਲਣ ਦੀ ਬਜਾਏ 50 ਗ੍ਰਾਮ ਦੀ ਜ਼ਬਾਨ ਜਿਹੜਾ ਬੰਦਾ ਸੰਭਾਲ ਲੈਂਦਾ ਨਾ, ਉਹਦੀ ਜ਼ਿੰਦਗੀ ਬਦਲ ਜਾਂਦੀ। ਇਸ ਲਈ ਜ਼ਬਾਨ ਵੱਲ ਧਿਆਨ ਦੇਈਏ ਨਾ, ਤਾਂ ਸਾਡਾ ਸਰੀਰ ਵੀ ਠੀਕ ਰਹਿ ਸਕਦਾ। ਜੇ ਅਸੀਂ ਰਸ-ਕਸ ਘੱਟ ਖਾਈਏ, ਜਿਵੇਂ ਫਾਸਟ ਫੂਡ ਨੇ ਜਾਂ ਹੋਰ ਗਲਤ ਚੀਜ਼ਾਂ ਘੱਟ ਖਾਈਏ, ਤਾਂ ਸਰੀਰ ਵੀ ਅਰੋਗ ਰਹੇਗਾ। ਤੇ ਜੇ ਨੈਗੇਟਿਵ ਬੋਲ ਨਾ ਬੋਲੀਏ, ਤਾਂ ਸਾਡਾ ਮਨ ਵੀ ਠੀਕ ਰਹੇਗਾ। ਇਸ ਲਈ ਜ਼ਬਾਨ ਦੇ ਉੱਤੇ ਕੰਟਰੋਲ ਕਰਨਾ, ਜ਼ਬਾਨ ਦਾ ਸਹੀ ਯੂਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਬਾਨ ਦੇ ਨਾਲ ਸੱਚ ਬੋਲੀਏ, ਰੱਬ ਦੀ ਸਿਫਤ ਸਲਾਹ ਕਰੀਏ, ਪਰਉਪਕਾਰ ਦੀਆਂ ਗੱਲਾਂ ਕਰੀਏ, ਪਿਆਰ ਮੁਹੱਬਤ ਵਾਲੇ ਬੋਲ ਬੋਲੀਏ, ਵਿਕਾਸ ਵਾਲੇ ਬੋਲ ਬੋਲੀਏ, ਕਿਸੇ ਦੇ ਅੰਦਰ ਵਿਲ ਪਾਵਰ ਪੈਦਾ ਕਰੀਏ, ਕਿਸੇ ਦੇ ਅੰਦਰ ਅਸੀਂ ਸਵਾਭਿਮਾਨ ਪੈਦਾ ਕਰੀਏ, ਔਰ ਕਿਸੇ ਨੂੰ ਐਸਾ ਵਿਸ਼ਵਾਸ ਦਵਾਈਏ ਕਿ ਤੂੰ ਸਾਰਾ ਕੁਝ ਕਰ ਸਕਦਾ ਹੈ।
ਮਾੜੇ ਜੋ ਨਸ਼ੇ ਆਦਿਕ ਨੇ ਇਹਨਾਂ ਤੋਂ ਆਪ ਵੀ ਹਟੀਏ ਔਰ ਦੂਜਿਆਂ ਨੂੰ ਵੀ ਯਤਨ ਕਰੀਏ ਰੋਕਣ ਦਾ, ਜਿਸ ਕਰਕੇ ਸਾਡਾ ਜੀਵਨ, ਪਰਿਵਾਰਕ ਜੀਵਨ ਔਰ ਸਮਾਜ ਦੇ ਅੰਦਰ ਸੁਖ ਸ਼ਾਂਤੀ ਆਦਿਕ ਆ ਸਕੇ। ਅਗਲਾ ਬਚਨ ਕਰਦੇ ਨੇ, ਇਹ ਸ਼ਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਦੇਖੋ ਆਪਣੇ ਸਰੀਰ ਦੀ ਗੱਲ ਕਰਦੇ ਨੇ, ਅਸੀਂ ਹੁਣ ਦੂਜੇ ਦੇ ਸਰੀਰਾਂ ਦੀ ਗੱਲ ਤੇ ਕਰ ਹਟੇ ਹਾਂ। ਦੂਜੇ ਦੇ ਸਰੀਰਾਂ ਦੀ ਗੱਲ, ਦੂਜੇ ਦੇ ਜੀਵਨ ਦੀ ਗੱਲ ਤੇ ਅਸੀਂ ਕਰਦੇ ਹੀ ਰਹਿੰਦੇ ਹਾਂ। ਦੇਖੋ ਤੁਹਾਡੇ ਘਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਮਹਿਮਾਨ ਆਏ, ਜਿੰਨੇ ਵੀ ਕੋਈ 2 4 5 ਵੀਰ ਭੈਣਾਂ ਤੁਹਾਨੂੰ ਮਿਲਣ ਵਾਸਤੇ ਆਏ, ਰਿਸ਼ਤੇਦਾਰ ਤੁਹਾਡੇ ਸਨ, ਟਾਈਮ ਤੁਸੀਂ ਦਿੱਤਾ, ਲੰਗਰ ਪ੍ਰਸ਼ਾਦਾ ਤੁਸੀਂ ਬਣਾਇਆ, ਗੱਲਬਾਤ ਤੁਸੀਂ ਕੀਤੀ, ਖਰਚ ਤੁਹਾਡਾ ਹੋਇਆ, ਟਾਈਮ ਤੁਹਾਡਾ ਦਿੱਤਾ ਗਿਆ, ਮਿਲਣ ਵਾਲੇ ਤੁਹਾਡੇ ਕੋਲ ਆਏ। ਲੇਕਿਨ ਤੁਹਾਨੂੰ ਭੁੱਲ ਜਾਂਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੌਣ ਕੌਣ ਆਇਆ ਤੇ ਕਿੰਨਾ ਕਿੰਨਾ ਚਿਰ ਰਿਹਾ। ਜੇ ਇਹਦਾ ਪਤਾ ਕਰਨਾ ਹੋਵੇ ਤੇ ਗੁਆਂਢੀਆਂ ਤੋਂ ਪਤਾ ਕਰ ਲਓ, ਉਹਨਾਂ ਨੂੰ ਸਾਰਾ ਪਤਾ। ਗੁਆਂਢੀਆਂ ਵੱਲ ਵੇਖਿਆ ਜਾ ਰਿਹਾ, ਇਹਨਾਂ ਦੇ ਘਰ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕੌਣ ਨਿਕਲਦਾ ਹੈ, ਕੌਣ ਵੜਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੇ ਘਰ ਤੇ ਆਵਾਜਾਈ ਲੱਗੀ ਰਹਿੰਦੀ ਹੈ, ਜਿਹੜਾ ਮਰਜ਼ੀ ਵੜੀ ਜਾਂਦਾ, ਨਿਕਲੀ ਜਾਂਦਾ। ਕਰਦੇ ਨੇ ਨਾ ਲੋਕ। ਉਹ ਇੱਕ ਬੰਦਾ ਸੀ ਤੇ ਉਹਨੇ ਘਰ ਵਾਲੀ ਕਹਿਣ ਲੱਗੀ ਵੀ ਸਾਡੀਆਂ ਗੱਲਾਂ ਸੁਣਦੀਆਂ ਹੋਣਗੀਆਂ, ਗੁਆਂਢੀਆਂ ਨੂੰ ਕੰਧ ਪਤਲੀ। ਤੇ ਉਹ ਕਹਿਣ ਲੱਗਾ ਕੋਈ ਗੱਲ ਨਹੀਂ। ਘਰ ਵਾਲੇ ਨੇ ਇੱਟਾਂ ਸਟਾਤੀਆਂ ਤੇ ਕਹਿਣ ਲੱਗੇ ਇੱਟਾਂ ਕਿਉਂ ਸਟਾਈਆਂ ਨੇ? ਕਹਿੰਦਾ ਕੰਧ ਮੋਟੀ ਕਰਾ ਦਿੰਦੇ ਆ, ਇੱਕ ਇੱਕ ਇੱਟ ਹੋਰ ਲਵਾ ਦਿੰਦੇ ਆ, ਡਬਲ ਹੋ ਜਾਏਗੀ ਤੇ ਸਾਡੀਆਂ ਗੱਲਾਂ ਗੁਆਂਢੀਆਂ ਵੱਲ ਨਹੀਂ ਜਾਣਗੀਆਂ, ਆਵਾਜ਼ ਨਹੀਂ ਜਾਏਗੀ ਉਧਰ। ਗੱਲ ਠੀਕ ਹੈ ਵੀ ਸਾਡਾ ਸੀਕ੍ਰੇਸੀ ਹੈ, ਆਪਣੀ ਪ੍ਰਾਈਵੇਸੀ ਹੈ, ਕਿਉਂ ਸਾਡੀਆਂ ਗੱਲਾਂ ਦੀ ਆਵਾਜ਼ ਨਹੀਂ ਜਾਣੀ ਚਾਹੀਦੀ। ਜਦੋਂ ਮਿਸਤਰੀਆਂ ਨੇ 5-7 ਵਾਰ ਲਾਏ ਤੇ ਘਰ ਵਾਲੀ ਕਹਿਣ ਲੱਗੀ ਰਹਿਣ ਦਿਓ, ਉਹਨੇ ਮਿਸਤਰੀ ਹਟਾ ਦਿੱਤੇ, ਇੱਟਾਂ ਬਾਹਰ ਸਟਾ। ਤੇ ਘਰ ਵਾਲਾ ਸ਼ਾਮ ਨੂੰ ਆਇਆ, ਕਹਿਣ ਲੱਗਾ ਮਿਸਤਰੀ ਲਾ ਕੇ ਨਹੀਂ ਗਏ ਇੱਟਾਂ? ਕਹਿਣ ਲੱਗੀ ਉਹ ਤਾਂ ਮੈਂ ਹਟਾ ਦਿੱਤੀਆਂ ਸਨ। ਕਹਿੰਦੀ ਕਿਉਂ? ਕਹਿਣ ਲੱਗੀ ਜੇ ਕੰਧ ਮੋਟੀ ਹੋ ਗਈ ਫਿਰ ਉਹਨਾਂ ਦੀ ਆਵਾਜ਼ ਸਾਨੂੰ ਨਹੀਂ ਸੁਣਨੀ, ਉਹਨਾਂ ਦੀ ਆਵਾਜ਼ ਸਾਨੂੰ ਨਹੀਂ ਸੁਣਨੀ। ਤਾਂ ਇਹ ਠੀਕ ਨਹੀਂ ਹੈ ਨਾ। ਅਸੀਂ ਦੂਜਿਆਂ ਦੀ ਜਾਣਕਾਰੀ ਰੱਖਦੇ ਹਾਂ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਾਣਕਾਰੀ ਆਪਣੀ ਰੱਖੋ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਦੂਜਿਆਂ ਦੀ ਜਾਣਕਾਰੀ ਰੱਖਣ ਦੀ ਬਜਾਏ ਆਪਣੀ ਜਾਣਕਾਰੀ ਰੱਖੋ ਕਿ ਤੁਸੀਂ ਕਿੱਥੇ ਕਿੱਥੇ ਜਾਂਦੇ ਹੋ, ਤੁਸੀਂ ਕੀ ਕੀ ਕਰਦੇ ਹੋ, ਕੀ ਸੋਚਦੇ ਹੋ, ਤੁਹਾਡੀ ਆਪਣੀ ਜ਼ਿੰਦਗੀ ਦਾ ਗੋਲ ਕੀ ਹੈ, ਤੁਹਾਡੇ ਅੰਦਰ ਕਿਹੜੇ ਦੋਸ਼ ਨੇ ਜੋ ਤੁਹਾਡੇ ਜੀਵਨ ਦੇ ਅੰਦਰ ਦੁੱਖ ਦੇ ਰਹੇ ਨੇ, ਉਹਨਾਂ ਦੋਸ਼ਾਂ ਨੂੰ ਦੂਰ ਕਰ ਦਿਓ। ਤੁਹਾਨੂੰ ਕਿਹੜੇ ਗੁਣਾਂ ਦੀ ਲੋੜ ਹੈ ਕਿ ਜੇ ਤੁਸੀਂ ਉਹ ਗੁਣ ਬਣਾ ਲਓ ਤੇ ਤੁਹਾਡਾ ਮਿਲਵਰਤਨ ਠੀਕ ਹੋ ਸਕਦਾ ਹੈ, ਤੁਹਾਡਾ ਜੀਵਨ ਦਾ ਵਿਕਾਸ ਹੋ ਸਕਦਾ ਹੈ, ਤੁਸੀਂ ਤਰੱਕੀ ਕਰ ਸਕਦੇ ਹੋ। ਕਿਹੜੀਆਂ ਚੀਜ਼ਾਂ ਦੀ ਲੋੜ ਹੈ ਆਪਣੇ ਵਾਸਤੇ ਸੋਚੋ, ਉਹਨਾਂ ਗੁਣਾਂ ਦੇ ਧਾਰਨੀ ਹੋ ਜਾਓ, ਤੁਹਾਡਾ ਜੀਵਨ ਵਿਕਾਸ ਕਰੇਗਾ। ਲੋਕਾਂ ਦੀ ਗੱਲਾਂ ਕਰਨ ਦੀ ਬਜਾਏ ਕੰਪਿਊਟਰ ਤੇ ਬੈਠ ਕੇ ਕੁਝ ਸਿੱਖ ਲਓ, ਕੁਛ ਪੜ੍ਹ ਲਓ। ਕਿੰਨੀਆਂ ਸਾਰੀਆਂ ਸਾਈਟਾਂ ਨੇ, ਕੋਈ ਚੰਗੀ ਸਾਈਟ ਕੱਢ ਲਓ, ਕੋਈ ਚੰਗੀ ਪੁਸਤਕ ਪੜ੍ਹ ਲਓ, ਗੁਰਬਾਣੀ ਦੇ ਮੀਨਿੰਗ ਪੜ੍ਹ ਲਓ। ਜੇ ਵਿਹਲੇ ਉੱਤੇ ਗਾਰਡਨਿੰਗ ਕਰ ਲਓ, ਸੈਰ ਕਰਨ ਵਾਸਤੇ ਨਿਕਲ ਜਾਓ, ਕਿਸੇ ਪਾਰਕ ਵਿੱਚ ਜਾ ਬੈਠੋ, ਕਿਸੇ ਰੁੱਖ ਥੱਲੇ ਬੈਠ ਕੇ ਫੁੱਲਾਂ ਦਾ ਆਨੰਦ ਲੈ ਲਓ, ਕਿਤੇ ਪੰਛੀਆਂ ਦੀ ਆਵਾਜ਼ ਸੁਣ ਲਓ, ਕਿਤੇ ਆਕਾਸ਼ ਦੇ ਅੰਦਰ ਤਾਰੇ ਦੇਖ ਲਓ, ਰਾਤ ਨੂੰ ਬਾਹਰ ਨਿਕਲ ਕੇ, ਸਵੇਰੇ ਨਿਕਲ ਕੇ ਆਕਾਸ਼ ਦੇਖ ਲਓ। ਕਹਿਣ ਤੋਂ ਭਾਵ ਕਿ ਆਪਣੇ ਵਾਸਤੇ ਕੁਝ ਕਰੋ, ਚੰਗਾ ਕਰੋ, ਚੰਗਾ ਸੋਚੋ, ਆਪਣੇ ਅੰਦਰੋਂ ਨੈਗੇਟਿਵਿਟੀ ਦੂਰ ਕਰੋ, ਆਪਣੇ ਅੰਦਰ ਪੋਜ਼ਿਟਿਵਿਟੀ ਲਿਆਓ। ਗੁਰੂ ਦੀ ਬਾਣੀ ਮੁਤਾਬਕ ਮੈਂ ਜ਼ਿੰਦਗੀ ਜੀਣੀ ਹੈ, ਆਪਣੇ ਵਾਸਤੇ ਸੋਚੋ, ਆਪਣੇ ਪੰਥ ਵਾਸਤੇ ਸੋਚੋ, ਪਰ ਉਪਕਾਰ ਬਾਰੇ ਕੋਈ ਗੱਲ ਕਰੋ। ਤਾਂ ਗੁਰੂ ਜੀ ਕਹਿੰਦੇ ਨੇ ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਇਹ ਮੇਰੇ ਸ਼ਰੀਰ, ਤੇਰੇ ਵਿੱਚ ਰੱਬ ਨੇ ਜੋਤ ਰੱਖੀ ਹੈ। ਜੋਤ ਦਾ ਮਤਲਬ ਆਪਣਾ ਆਪਾ ਰੱਖਿਆ, ਤਾਂ ਤੂੰ ਜਗ ਮੈਂ ਆਇਆ, ਤੂੰ ਇਸ ਸੰਸਾਰ ਵਿੱਚ ਆਇਆ ਹੀ ਤਾਂ। ਜੇ ਤੇਰੇ ਅੰਦਰ ਰੱਬ ਦੀ ਜੋਤ ਨਾ ਹੁੰਦੀ, ਰੱਬ ਆਪਣਾ ਆਪਾ ਨਾ ਰੱਖਦਾ, ਆਪਣੀ ਸੱਤਿਆ ਨਾ ਰੱਖਦਾ, ਤਾਂ ਤੂੰ ਇਸ ਜਗਤ ਵਿੱਚ ਜਨਮ ਹੀ ਨਹੀਂ ਸੀ ਲੈਣਾ। ਤਾਂ ਇਹਦਾ ਮਤਲਬ ਸਾਡਾ ਸਰੀਰ ਕਿੰਨਾ ਮਹਾਨ ਹੈ, ਜਿਹਦੀ ਅਸੀਂ ਬੇਕਦਰੀ ਕਰਦੇ ਹਾਂ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਮੈਂ ਤੇ ਨਿਕੰਮਾ ਵਾਂ ਜੀ, ਮੈਂ ਤੇ ਕੁਛ ਕਰਨ ਜੋਗਾ ਨਹੀਂ ਹਾਂ। ਜਿਹੜੇ ਸਰੀਰ ਨੂੰ ਅਸੀਂ ਸ਼ਰਾਬਾਂ ਪਾ ਪਾ ਕੇ ਖਰਾਬ ਕਰਨੇ ਆ ਪਏ,
ਨਸ਼ੇ ਕਰ ਕਰਕੇ ਖਰਾਬ ਕਰਨੇ ਆ, ਵਿਹਲੇ ਬਹਿ ਬਹਿ ਕੇ ਅਸੀਂ weight ਵਧਾ ਬੈਠੇ ਆ, ਗੋਡੇ ਸਾਡੇ ਪੀੜ ਕਰਨ ਲੱਗ ਪਏ ਨੇ, ਤੁਰਨ ਜੋਗੇ ਨਹੀਂ ਰਹੇ, ਸਰੀਰ ਨੂੰ ਨਿਕੰਮਾ ਕਰ ਲਿਆ। ਏਡਾ ਕੀਮਤੀ ਸਰੀਰ ਜਿਹਦੇ ਵਿੱਚ ਰੱਬ ਨੇ ਆਪਣਾ ਆਪਾ ਰੱਖਿਆ ਹੋਵੇ ਤੇ ਉਹ ਸਰੀਰ ਦੀ ਬੰਦਾ ਸੰਭਾਲ ਨਾ ਕਰੇ, ਉਹ ਸਰੀਰ ਵਾਸਤੇ ਮਾੜਾ ਸੋਚੇ ਤਾਂ ਗਲਤ ਹੈ ਨਾ। ਇਸ ਲਈ ਗੁਰੂ ਜੀ ਆਪਣੇ ਸਰੀਰ ਨੂੰ ਕਹਿ ਰਹੇ ਨੇ ਕਿ ਇਹ ਸਰੀਰ ਤੋਂ ਨਿਕੰਮਾ ਨਹੀਂ, ਇਸ ਲਈ ਆਪਣੇ ਆਪ ਦੇ ਨਾਲ ਪਿਆਰ ਕਰੋ। जैसे भी हो, रंग गोरा है काला है, मदरे हो लंबे हो, जैसे भी हो अपने आप ਨੂੰ ਪ੍ਰਵਾਨ ਕਰੋ, ਕਿਉਂਕਿ ਤੁਹਾਡੇ ਵਿੱਚ ਰੱਬ ਬੈਠਾ ਹੈ। ਰੱਬ ਨੇ ਆਪਣੀ ਜੋਤ ਰੱਖੀ ਹੈ, ਰੱਬ ਨੇ ਆਪਣਾ ਗਿਆਨ ਰੱਖਿਆ ਹੈ, ਸਰਵ ਸ਼ਕਤੀਮਾਨ ਤੁਹਾਡੇ ਅੰਦਰ ਬੈਠਾ ਹੈ, ਤਾਂ ਜਗਤ ਵਿੱਚ ਆਇਆ ਹੈ, ਐਵੇਂ ਨਹੀਂ ਆਇਆ। ਤੂੰ ਬੜਾ ਮਹਾਨ ਹੈ, ਤੂੰ ਬੜੇ ਮਹਾਨ ਕਾਰਜ ਕਰ ਸਕਦਾ ਹੈ। ਤੇਰਾ ਇਸ ਦੁਨੀਆ ਵਿੱਚ ਆਉਣ ਦਾ ਉਦੇਸ਼, ਤੇਰਾ ਏਮ ਬਹੁਤ ਵੱਡਾ ਔਰ ਮਹਾਨ ਹੋਣਾ ਚਾਹੀਦਾ ਹੈ, ਰੱਬ ਵਰਗਾ ਗੋਲ ਹੋਣਾ ਚਾਹੀਦਾ ਹੈ ਤੇਰਾ। ਇੱਕ ਬੰਦਾ ਅਰਦਾਸ ਕਰ ਰਿਹਾ ਸੀ ਕਿ ਹੇ ਰੱਬਾ, ਤੇਰਾ ਇਹ ਸੰਸਾਰ ਜਿੱਧਰ ਮੈਂ ਵੇਖਣਾ, ਚਾਰ ਚੁਫੇਰੇ ਪਾਪ ਔਰ ਅਪਰਾਧ ਫੈਲੇ ਹੋਏ ਨੇ। ਇੱਥੇ ਲੋਕ ਵਿਕਾਰ ਕਮਾ ਰਹੇ ਨੇ, ਅਤਿਆਚਾਰ ਕਰ ਰਹੇ ਨੇ, ਵਿਭਚਾਰ ਕਮਾ ਰਹੇ ਨੇ। ਹੇ ਰੱਬਾ, ਕੋਈ ਆਪਣਾ ਨੁਮਾਇੰਦਾ ਭੇਜ ਜੋ ਇਸ ਸੰਸਾਰ ਨੂੰ ਸਵਰਗ ਬਣਾ ਦੇ। ਇਹ ਅਰਦਾਸ ਕਰਕੇ ਉੱਠਿਆ, ਆਕਾਸ਼ਵਾਣੀ ਹੋਈ, ਰੱਬ ਨੇ ਆਵਾਜ਼ ਦਿੱਤੀ ਕਿ ਸੱਜਣਾ, ਤੈਨੂੰ ਮੈਂ ਆਪਣਾ ਨੁਮਾਇੰਦਾ ਬਣਾ ਕੇ ਹੀ ਭੇਜਿਆ ਸੀ ਕਿ ਤੂੰ ਸੰਸਾਰ ਨੂੰ ਜਾ ਕੇ ਸੁਧਾਰ। ਤੈਨੂੰ ਮੈਂ ਆਪਣਾ ਨੁਮਾਇੰਦਾ ਬਣਾ ਕੇ ਹੀ ਭੇਜਿਆ ਸੀ। ਰੱਬ ਨੇ ਤੇ ਹਰ ਬੰਦੇ ਨੂੰ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ, ਉਹ ਤੇ ਹਰ ਇੱਕ ਦੇ ਅੰਦਰ ਬੈਠਾ ਹੋਇਆ। ਇੱਕ ਅਰਦਾਸ ਕਰ ਰਿਹਾ ਸੀ, ਰੱਬਾ ਤੇਰਾ ਇਹ ਸੰਸਾਰ ਬੜਾ ਵਿਗੜ ਗਿਆ ਹੈ, ਬੰਦਾ ਬਦਲ ਗਿਆ ਹੈ, ਬੰਦਾ ਬੰਦਾ ਨਹੀਂ ਰਿਹਾ, ਮੈਂ ਕੀ ਕਰ ਸਕਣਾ, ਮੈਨੂੰ ਬਲ ਬਖਸ਼ ਕਿ ਮੈਂ ਸੰਸਾਰ ਨੂੰ ਬਦਲ ਦਿਆਂ। ਤੇ ਅੰਦਰੋਂ ਆਵਾਜ਼ ਆਈ ਵੀ ਤੂੰ ਕੁਛ ਨਾ ਕਰ, ਤੂੰ ਆਪਣੇ ਫਰਜ਼ ਪੂਰੇ ਕਰ, ਸੰਸਾਰ ਆਪੇ ਬਦਲ ਜਾਏਗਾ। ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ ਪੂਰੇ ਕਰ, ਆਪਣੇ ਆਪ ਨੂੰ ਬਦਲ। ਤਾਂ ਜ਼ਰੂਰਤ ਹੈ ਆਪਣੇ ਆਪ ਨੂੰ ਵੇਖਣ ਦੀ, ਮੈਂ ਕਿੱਥੇ ਖੜਾ ਹਾਂ। ਕੋਈ ਬੰਦਾ ਆਪਣੇ ਘਰ ਵਾਲੀ ਨੂੰ ਕਹਿ ਰਿਹਾ ਸੀ, ਸ਼ਰਾਬ ਉਹਨੇ ਪੀਤੀ ਤੇ ਘਰ ਵਾਲੀ ਕਹਿੰਦੀ ਸ਼ਰਾਬ ਫਿਰ ਪੀ ਕੇ ਆ ਗਏ, ਅੱਜ ਫਿਰ ਡੱਫ ਹੈ। ਘਰਾਂ ਦੇ ਵਿੱਚ ਕਲੇਸ਼ ਪੈਂਦੇ ਨੇ ਨਾ। ਕਹਿੰਦਾ ਸ਼ਰਾਬ, ਜੇ ਕਿਤੇ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਨਾ ਤੇ ਮੈਂ ਪੂਰੇ ਦੇਸ਼ ਨੂੰ ਬਦਲ ਦਿਆਂ, ਪੂਰੇ ਦੇਸ਼ ਨੂੰ ਬਦਲ ਦਿਆਂ। ਉਹ ਆਂਦੀ ਮਰ ਜਾ, ਦੇਸ਼ ਨੂੰ ਬਾਅਦ ਵਿੱਚ ਬਦਲਣੀ, ਪਹਿਲੋਂ ਕੱਪੜੇ ਬਦਲ। ਮੈਂ ਬੇਬੇ ਦੀ ਸਲਵਾਰ ਪਾਈ ਫਿਰਨਾ ਸ਼ਰਾਬ। ਬੰਦਾ ਆਪਣੇ ਆਪ ਵੱਲ ਵੇਖੇ, ਦੇਸ਼ ਨੂੰ ਬਾਅਦ ਵਿੱਚ ਬਦਲਣੀ, ਪਹਿਲੋਂ ਆਪਣੇ ਆਪ ਨੂੰ ਬਦਲ। ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਤੂੰ ਇਸ ਜਗਤ ਵਿੱਚ ਤਾਂ ਆਇਆ, ਰੱਬ ਨੇ ਤੇਰੇ ਵਿੱਚ ਆਪਣਾ ਆਪਾ ਰੱਖਿਆ, ਉਹਨੂੰ ਪਛਾਣੋ। ਮਨ, ਤੂੰ ਜੋਤ ਸਰੂਪ ਹੈ, ਰੱਬ ਦਾ ਰੂਪ ਹੈ ਤੂੰ, ਕਿਉਂਕਿ ਤੇਰੇ ਅੰਦਰ ਉਹ ਸਾਰੇ ਗੁਣ ਨੇ। ਜੇ ਉਹਨਾਂ ਗੁਣਾਂ ਦਾ ਤੂੰ ਧਾਰਨੀ ਹੋ ਜਾਏ, ਤੂੰ ਰੱਬ ਵਰਗਾ ਹੋ ਸਕਦਾ ਹੈ। ਅਗਲਾ ਬਚਨ ਕਰਦੇ ਨੇ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਦੁਬਾਰਾ ਫਿਰ ਕਹਿ ਰਹੇ ਨੇ ਕਿ ਤੂੰ ਜਗਤ ਵਿੱਚ ਆਇਆ ਹੀ ਤਾਂ ਹੈ ਜਦੋਂ ਕਿ ਤੇਰੇ ਵਿੱਚ ਉਹਨੇ ਜੋਤ ਰੱਖੀ ਹੈ, ਸੱਤਿਆ ਰੱਖੀ ਹੈ, ਆਪਣਾ ਆਪਾ ਰੱਖਿਆ ਹੈ। ਔਰ ਹਕੀਕਤ ਹੈ, ਵਾਸਤਵ ਦੇ ਅੰਦਰ ਇੱਕ ਸੱਚਾਈ ਹੈ, ਮਨੋਵਿਗਿਆਨਿਕ ਤੱਥ ਹੈ, ਬ੍ਰਹਿਮੰਡੀ ਸੱਚ ਹੈ, ਯੂਨੀਵਰਸਲ ਟਰੁਥ ਹੈ। ਹਰ ਬੰਦਾ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਤੁਸੀਂ ਕਦੇ ਰੱਬ ਦੇ ਦਰਸ਼ਨ ਕਰਨੇ ਹੋਣ ਤੇ ਕਿਸੇ ਨਿੱਕੇ ਮਾਸੂਮ ਬੱਚੇ ਵੱਲ ਦੇਖਿਓ। ਨਿੱਕਾ ਮਾਸੂਮ ਬੱਚਾ ਪਿਆਰਾ ਲੱਗਦਾ ਹੈ ਨਾ, ਕਿਸੇ ਦਾ ਵੀ ਹੋਏ ਜੀ ਕਰਦਾ ਨਾ ਚੁੱਕਣ ਤੇ। ਜਦੋਂ ਉਹ ਤੁਹਾਡੇ ਵੱਲ ਵੇਖ ਕੇ ਹੱਸਦਾ ਹੈ ਤਾਂ ਉਹਦੀ ਮੁਸਕਾਨ ਦੇ ਅੰਦਰ ਕਿੰਨੀ ਵੱਡੀ ਖੁਸ਼ੀ ਹੁੰਦੀ ਹੈ, ਔਰ ਜੀ ਕਰਦਾ ਹੈ ਇਸ ਬੱਚੇ ਨੂੰ ਚੁੱਕ ਕੇ ਆਪਣੇ ਸੀਨੇ ਦੇ ਨਾਲ ਲਾਈਏ। ਉਹਦੀ ਮੁਸਕਾਨ ਪਿਆਰੀ ਹੈ, ਨਿਸ਼ਚਲਤਾ ਵਾਲੀ ਹੈ, ਉਹਦੇ ਅੰਦਰ ਛਲ ਨਹੀਂ ਹੈ। ਸਾਡੀ ਮੁਸਕਾਨ ਵੀ ਕਈ ਵਾਰ ਬਨਾਵਟੀ ਹੁੰਦੀ ਹੈ, ਅਸੀਂ ਕਿਸੇ ਤੇ ਹੱਸ ਰਹੇ ਹੁੰਦੇ ਹਾਂ, ਲੇਕਿਨ ਉਸ ਬੱਚੇ ਦੀ ਮੁਸਕਾਨ ਬਿਲਕੁਲ ਨਿਸ਼ਕਪਟ ਹੈ, ਉਹ ਬਿਲਕੁਲ ਸੱਚ ਕਹਿ ਰਿਹਾ ਹੈ। ਉਹਦੇ ਵਿੱਚ ਨਾ ਈਗੋ ਹੈ, ਨਾ ਹੰਕਾਰ ਹੈ, ਨਾ ਕੋਈ ਚਲਾਕੀ ਹੈ।
ਬਿਲਕੁਲ ਸੱਚਾਈ ਔਰ ਭੋਲਾਪਨ। ਤੇ ਤੁਸੀਂ ਦੇਖੋਗੇ ਪਾਰਕਾਂ ਦੇ ਵਿੱਚ ਹਿੰਦੂਆਂ ਦੇ, ਮੁਸਲਮਾਨਾਂ, ਸਿੱਖਾਂ, ਈਸਾਈਆਂ ਦੇ ਬੱਚੇ ਖੇਲਦੇ, ਸਾਰੇ ਪਿਆਰ ਨਾਲ ਖੇਲ ਰਹੇ ਨੇ, ਬੜੇ ਪਿਆਰ ਨਾਲ ਖੇਲ ਰਹੇ ਨੇ, ਕਿਤੇ ਕੋਈ ਧਰਮ ਦੀ ਵਿਖੇਪਤਾ ਨਹੀਂ ਹੈ। ਪਰ ਉਹ ਹੀ ਬੱਚੇ ਜਦੋਂ 18 18 20 20 ਸਾਲ ਦੇ ਹੋ ਜਾਂਦੇ ਨੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ। ਕਿਉਂ? ਕਿਉਂਕਿ ਉਹ ਸੁਭਾਅ ਜਿਹੜਾ ਸੀ ਉਹ ਵਿਗੜ ਗਿਆ ਹੈ। ਉਹ ਹੁਣ ਨਿਸ਼ਕਪਟਤਾ ਨਹੀਂ ਰਹੀ, ਹੁਣ ਕਪਟ ਆ ਗਿਆ, ਹੁਣ ਹੰਕਾਰ ਆ ਗਿਆ, ਹੁਣ ਚਲਾਕੀਆਂ ਆ ਗਈਆਂ, ਅੰਦਰ ਵੈਰ ਵਿਰੋਧ ਆ ਗਿਆ ਹੈ। ਤੇ ਮੈਂ ਬੇਨਤੀ ਕਰਾਂ, ਜੋ ਰੱਬ ਦੀ ਜੋਤ ਹੈ ਉਹ ਕੀ ਹੈ? ਰੱਬੀ ਗੁਣ, ਸਚਾਈ, ਦਇਆ, ਪਿਆਰ, ਮੁਹੱਬਤ, ਇਹ ਗੁਣ ਹਰ ਇਨਸਾਨ ਵਿੱਚ ਹੈ ਨੇ। ਮੈਂ ਇਹ ਬੇਨਤੀਆਂ ਰੋਜ਼ ਕਰ ਰਿਹਾ ਹਾਂ। ਇਹ ਗੁਣ ਸਾਰੇ ਇਨਸਾਨਾਂ ਦੇ ਵਿੱਚ, ਹਰ ਇਸਤਰੀ ਪੁਰਸ਼ ਵਿੱਚ ਹਰ ਵਕਤ ਮੌਜੂਦ ਨੇ, ਤੇ ਇਹ ਗੁਣ ਹੀ ਰੱਬ ਨੇ। ਗੁਣ ਨਿਧਾਨ, ਰੱਬ ਗੁਣਾਂ ਦਾ ਖਜ਼ਾਨਾ ਹੈ, ਤੇ ਉਹ ਗੁਣਾਂ ਦਾ ਖਜ਼ਾਨਾ ਤੁਹਾਡੇ ਅੰਦਰ, ਪਰ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਦੇ, ਉਹਨਾਂ ਨੂੰ ਅਸੀਂ ਛੁਪਾ ਦਿੱਤਾ ਹੈ, ਉਹਨਾਂ ਨੂੰ ਅਸੀਂ ਵਰਤੋਂ ਵਿੱਚ ਨਹੀਂ ਲਿਆਂਦੇ। ਮੈਂ ਪਹਿਲਾਂ ਇੱਕ ਦਿਨ ਤੁਹਾਨੂੰ ਕਹਾਣੀ ਸੁਣਾਈ ਸੀ, ਮੈਂ ਬਹੁਤੀ ਲੰਬੀ ਨਾ ਕਰਾਂ। ਸੰਗਮਰਮਰ ਦੀਆਂ ਮੂਰਤੀਆਂ ਬਣਾ ਰਿਹਾ ਸੀ ਨਾ ਬੰਦਾ, ਤੇ ਕਿਸੇ ਨੇ ਕਿਹਾ, ਯਾਰ ਤੂੰ ਬੜੀਆਂ ਸੋਹਣੀਆਂ ਮੂਰਤੀਆਂ ਬਣਾ ਦਿੰਦਾ ਪੱਥਰ ਦੀਆਂ। ਉਹ ਕਹਿਣ ਲੱਗਾ, ਨਹੀਂ ਮੈਂ ਮੂਰਤੀਆਂ ਬਣਾਉਂਦਾ ਨਹੀਂ, ਤੈਨੂੰ ਭੁਲੇਖਾ ਹੈ। ਬਣਾਈ ਦਿੱਤੀ ਉਹ ਚੀਜ਼ ਜਿਹੜੀ ਜੋੜ ਜੋੜ ਕੇ ਬਣਾਈ ਜਾਏ, ਮੈਂ ਤੇ ਪੱਥਰ ਤੋੜ ਰਿਹਾ, ਮੈਂ ਤੇ ਛੈਣੀ ਲੈ ਕੇ ਇਹਨੂੰ ਵੱਢਣਾ ਪਿਆ। ਮੂਰਤ ਇਸ ਪੱਥਰ ਦੇ ਅੰਦਰ ਪਹਿਲਾਂ ਹੀ ਬਣੀ ਪਈ ਹੈ, ਇਹਦੇ ਉੱਤੇ ਵਾਧੂ ਪੱਥਰ ਜਿਹੜਾ ਚੜਿਆ ਹੈ, ਮੈਂ ਤੇ ਉਹ ਲਾ ਲਾ ਕੇ ਬਾਹਰ ਸੁੱਟਣਾ, ਮੂਰਤ ਵਿੱਚੋਂ ਨਿਕਲਣਾ। ਰੱਬ ਤੇ ਸਾਡੇ ਅੰਦਰ ਪਹਿਲਾਂ ਹੀ ਬੈਠਾ ਹੈ, ਜੋ ਅਸੀਂ ਉੱਤੇ ਵਾਧੂ ਲਾ ਦਿੱਤਾ ਹੈ, ਉਹਨੂੰ ਤੋੜ ਤੋੜ ਕੇ ਬਾਹਰ ਸੁੱਟ ਤੋਂ ਅੰਦਰੋਂ ਰੱਬ ਨਿਕਲ ਆਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਇਹਨਾਂ ਨੂੰ ਤੋੜ ਤੋੜ ਕੇ ਬਾਹਰ ਸੁੱਟ ਦੋ, ਬਾਕੀ ਜੋ ਨਿਕਲੇਗਾ ਰੱਬ ਨਿਕਲ ਆਏਗਾ। ਤਾਂ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਪਛਾਣਨ ਦੀ। ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਤਾਂ ਹੀ ਹੋਏਗਾ। ਅਗਲਾ ਬਚਨ ਗੁਰਦੇਵ ਕਰਦੇ ਨੇ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਦਿਖਾਇਆ। ਰੱਬ ਆਪ ਮਾਂ ਹੈ, ਰੱਬ ਆਪ ਬਾਪ ਹੈ, ਜਿਨਨੇ ਜੀ ਪੈਦਾ ਕਰਕੇ ਤੇ ਇਹ ਸੰਸਾਰ ਵਿਖਾਇਆ ਹੈ। ਜਿਹਦੇ ਸਿਸਟਮ ਦੇ ਅੰਦਰ, ਜਿਹਦੀ ਰਜ਼ਾ ਭਾਣੇ ਦੇ ਵਿੱਚ ਇਹ ਸੰਸਾਰ ਦੇ ਵਿੱਚ ਜੀਵ ਪੈਦਾ ਹੋਇਆ ਹੈ, ਉਹ ਮਾਂ ਬਾਪ ਆਪ ਹੀ। ਉਸ ਰੱਬ ਕੋਲੋਂ ਸਾਨੂੰ ਮਾਂ ਵਾਲਾ, ਪਿਤਾ ਵਾਲਾ ਪਿਆਰ ਮਿਲਦਾ ਹੈ। ਤੇ ਦੇਖੋ, ਜੇ ਹੁਣ ਇਸ ਪੰਕਤੀ ਦਾ ਦੂਜਾ ਭਾਵ ਲਿਆ ਜਾਏ, ਹਰ ਆਪੇ ਮਾਤਾ ਆਪੇ ਪਿਤਾ, ਕਿ ਰੱਬ ਮਾਂ ਵੀ ਹੈ ਤੇ ਰੱਬ ਪਿਓ ਵੀ ਹੈ, ਤਾਂ ਫਿਰ ਸਾਡਾ ਮਾਂ-ਬਾਪ ਦੇ ਨਾਲ ਪਿਆਰ ਕੈਸਾ ਹੋਏਗਾ? ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਪਰਿਵਾਰਾਂ ਦੇ ਵਿੱਚ ਲਾਗੂ ਨਹੀਂ ਕੀਤਾ। ਇਸ ਐਂਗਲ ਤੋਂ ਅਸੀਂ ਬਾਣੀ ਨੂੰ ਸਮਝਿਆ ਨਹੀਂ। ਅਸੀਂ ਅਖੰਡ ਪਾਠ ਕਰਾਏ ਨੇ, ਸਹਿਜ ਪਾਠ ਕਰਾਏ ਨੇ, ਕੀਤੇ ਨੇ, ਪਰ ਕੀਤੇ ਕਰਾਏ ਨੇ, ਸਮਝਿਆ ਨਹੀਂ। ਮੇਰਾ ਕਦਾਚਿਤ ਭਾਵ ਨਹੀਂ ਕਿ ਆਪ ਸਹਿਜ ਪਾਠ ਜਾਂ ਅਖੰਡ ਪਾਠ ਨਾ ਕਰਾਓ ਜਾਂ ਨਾ ਕਰੋ, ਬਿਲਕੁਲ ਵੀ ਇਹ ਮੇਰਾ ਮਤਲਬ ਨਹੀਂ ਹੈ। ਲੇਕਿਨ ਜੇ ਅਸੀਂ ਬਾਣੀ ਪੜ੍ਹ ਕੇ, ਅਖੰਡ ਪਾਠ ਕਰਕੇ ਜਾਂ ਕਰਾ ਕੇ, ਸਹਿਜ ਪਾਠ ਕਰਕੇ ਜਾਂ ਕਰਾ ਕੇ ਇਹ ਚੀਜ਼ਾਂ ਸਮਝੀਆਂ ਹੁੰਦੀਆਂ, ਅਸੀਂ ਕਿਸੇ ਗ੍ਰੰਥੀ ਸਾਹਿਬ ਨੂੰ ਕਹਿੰਦੇ, ਭਾਈ ਜੀ ਤੁਹਾਡੇ ਕੋਲ ਟਾਈਮ ਕਦੋਂ ਹੈ? ਜਦੋਂ ਤੁਸੀਂ 20 ਕੁ ਦਿਨ ਵਿਹਲੇ ਹੋਵੋ ਜਾਂ 15 ਕੁ ਦਿਨ ਵਿਹਲੇ ਹੋਵੋ, ਤੇ ਸਹਿਜ ਪਾਠ ਅਸਾਂ ਕਰਨਾ ਹੈ। ਅਸੀਂ ਆਪ ਵੀ ਕਰਾਂਗੇ, ਤੁਸੀਂ ਵੀ ਆਇਆ ਤੇ ਘੰਟਾ ਸਵੇਰੇ ਤੇ ਘੰਟਾ ਸ਼ਾਮ ਤੁਸੀਂ ਪਾਠ ਕਰਨਾ ਹੈ, ਸਾਰਾ ਟੱਬਰ ਬਹਿ ਕੇ ਸੁਣਾ। 5 ਕੁ ਵਜੇ ਇਸ਼ਨਾਨ ਪਾਨ ਕਰਕੇ ਘਰ ਦੇ ਜੀ ਵੀ ਤਿਆਰ ਹੁੰਦੇ ਤੇ ਆਪ ਭਾਈ ਜੀ ਵੀ ਤਿਆਰ ਹੁੰਦੇ। 5 ਵਜੇ ਚਾਹ ਦਾ ਕੱਪ ਭਾਈ ਜੀ ਵੀ ਪੀ ਲੈਂਦੇ ਤੇ ਤੁਸੀਂ ਵੀ ਪੀ ਲੈਂਦੇ। 5 ਤੋਂ 6, 6:30 ਤੱਕ ਘੰਟਾ ਡੇਢ ਘੰਟਾ ਭਾਈ ਜੀ ਕਰਦੇ ਪਾਠ। ਉਸ ਤੋਂ ਬਾਅਦ ਕਰਦੇ ਨਾਸ਼ਤਾ, ਤੇ ਨਾਸ਼ਤਾ ਕਰਦਿਆਂ ਦਾ ਨਾਸ਼ਤੇ ਤੋਂ ਬਾਅਦ ਇੱਕ ਸ਼ਬਦ ਦੀ ਕਰਦੇ ਡੇਲੀ ਵਿਚਾਰ। ਭਾਈ ਜੀ ਸੁਖਾਸਨ ਕਰਕੇ ਆਪਣੇ ਘਰ ਚਲੇ ਜਾਂਦੇ, ਤੁਸੀਂ ਆਪਣਾ ਕੰਮ ਕਰੋ। ਸ਼ਾਮ ਨੂੰ 6 ਕੁ ਵਜੇ ਤੱਕ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰ ਲੈਂਦੇ, ਤੇ 7 ਤੋਂ 8 ਕੁ ਵਜੇ ਤੱਕ ਜਾਂ 6 ਤੋਂ 7 ਵਜੇ ਤੱਕ ਭਾਈ ਜੀ 1 ਘੰਟਾ ਕਰਦੇ ਪਾਠ। ਤੁਸੀਂ ਸਾਰਾ ਟੱਬਰ ਬਹਿ ਕੇ ਸੁਣਦੇ। ਉਸ ਤੋਂ ਬਾਅਦ ਛਕਦੇ ਲੰਗਰ ਪ੍ਰਸ਼ਾਦਾ,
ਤੇ ਭਾਈ ਜੀ ਇੱਕ ਸ਼ਬਦ ਦੀ ਕਰਦੇ ਵਿਆਖਿਆ, ਤੇ ਭਾਈ ਜੀ ਸੁਖਾਸਨ ਕਰਕੇ ਘਰ ਚਲੇ ਜਾਂਦੇ, ਤੁਸੀਂ ਸੌਂ ਜਾਂਦੇ। ਇਸ ਤਰ੍ਹਾਂ 14-15 ਦਿਨਾਂ ਵਿੱਚ ਪੈਂਦਾ ਭੋਗ, ਬਾਣੀ ਤੇ ਕਰਦੇ ਅਮਲ, ਤੇ ਭਾਈ ਜੀ ਨੂੰ ਭੇਟਾ, ਜੇ ਉਹ 1000 ਮੰਗਦਾ ਉਹਨੂੰ 2000 ਦੇ, ਕੀ ਫਰਕ ਪੈਂਦਾ? ਫਿਰ ਸਾਨੂੰ ਲਾਭ ਹੋਣਾ ਸੀ। ਤੇ ਭਾਈ ਜੀ ਅੰਦਰ ਕੱਲੇ ਪੜ੍ਹਦੇ ਨੇ ਪਏ, ਤੁਸੀਂ ਪਾਠ ਰਖਾ ਦਿੱਤਾ, ਇੱਕ ਅੱਖਰ ਨਹੀਂ ਸੁਣਿਆ। ਹਾਂ, ਧੂਫਾਂ ਤੇ ਜ਼ਰੂਰ ਧਿਆਨ ਦਿੱਤਾ ਹੈ ਵੀ ਧੂਫ ਨਾ ਬੁਝ ਜਾਏ, ਉਹ ਭਾਈ ਦੀਆਂ ਨਾਸਾਂ ਵਿੱਚ ਤੁੰਨ ਕੇ ਰੱਖੀ, ਉਹ ਨਾ ਬੁਝ ਜਾਏ। ਯਾਨੀ ਕਹਿਣ ਤੋਂ ਭਾਵ ਕਿ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਅਮਲ ਕੀਤਾ ਹੁੰਦਾ ਨਾ, ਤਾਂ ਸਾਡੀ ਹਾਲਾਤ ਇਹ ਨਹੀਂ ਸੀ ਹੁੰਦੀ। ਹਰ ਆਪੇ ਮਾਤਾ ਆਪੇ ਪਿਤਾ, ਕਿ ਮੇਰੀ ਮਾਂ ਵਿੱਚ ਵੀ ਰੱਬ ਹੈ, ਮੇਰੇ ਪਿਓ ਵਿੱਚ ਵੀ ਰੱਬ ਹੈ, ਤੇ ਮੈਂ ਦਸਾਂ ਦੁਆਰ ਵਿੱਚ ਕਿਹੜੇ ਰੱਬ ਨੂੰ ਲੱਭਦਾ ਫਿਰਾਂ? ਮੈਂ ਬਾਬਿਆਂ ਦੇ ਡੇਰਿਆਂ ਤੇ ਕਿਹਨੂੰ ਮੱਥਾ ਟੇਕਣ ਜਾ ਰਿਹਾ? ਮੈਂ ਕਿਹੜੀ ਮਾਤਾ ਨੂੰ ਖੁਸ਼ ਕਰਦਾ ਫਿਰਨਾ ਵਾਂ? ਫਿਰ ਰੱਬ ਜਿੰਨਾ ਕਦਰ ਮਾਂ-ਬਾਪ ਦਾ ਹੋਣਾ ਸੀ, ਫਿਰ ਸਾਡੇ ਪਰਿਵਾਰਾਂ ਵਿੱਚ ਇਹ ਗੜਬੜ ਨਹੀਂ ਸੀ ਹੋਣੀ। ਹੁਣ ਵੀ ਡੁੱਲੇ ਬੇਰਾਂ ਦਾ ਵਿੰਗੜਿਆ ਨਹੀਂ ਕੁਛ। ਅੱਗੋਂ ਆਪਣੇ ਪੋਤਰੀਆਂ ਪੋਤਰਿਆਂ ਨੂੰ ਅਸੀਂ ਇਹ ਚੀਜ਼ਾਂ ਸਮਝਾਈਏ, ਅਸੀਂ ਆਪ ਇਹਨਾਂ ਚੀਜ਼ਾਂ ਤੇ ਅਮਲ ਕਰੀਏ। ਤੇ ਯਾਦ ਰੱਖਣਾ, ਜੋ ਨੌਜਵਾਨ ਬੱਚੀਆਂ ਬੱਚੇ ਸੁਣਦੇ ਨੇ ਨਾ ਇਹ ਚੀਜ਼ਾਂ, ਤੁਸੀਂ ਇੱਕ ਕਿਤਾਬ ਲਿਖ ਰਹੇ ਹੋ। ਜੈਸਾ ਵਿਹਾਰ ਆਪਣੇ ਮਾਂ-ਬਾਪ ਨਾਲ ਕਰਦੇ ਹੋ ਨਾ, ਇਹ ਤੁਸੀਂ ਕਿਤਾਬ ਲਿਖ ਰਹੇ ਹੋ, ਤੁਹਾਡੇ ਬੱਚੇ ਤੁਹਾਨੂੰ ਪੜ੍ਹ ਕੇ ਸੁਣਾਉਣਗੇ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਰੱਬ ਆਪ ਹੀ ਮਾਂ ਹੈ, ਆਪ ਹੀ ਪਿਤਾ ਹੈ, ਜਿਨੇ ਜਗਤ ਵਿਖਾਇਆ ਹੈ, ਮੈਨੂੰ ਜਨਮ ਦਿੱਤਾ ਹੈ। ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੋਏਗੀ, ਆਨੰਦ ਪੈਦਾ ਹੋਏਗਾ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਚਲਤ ਦਾ ਮਤਲਬ ਚਰਿੱਤਰ, ਖੇਲ, ਤਮਾਸ਼ਾ। ਪਰ ਇਹ ਚੀਜ਼ ਦੀ ਸਮਝ ਕਿਵੇਂ ਆਏਗੀ? ਗੁਰ ਪ੍ਰਸਾਦੀ ਬੁਝਿਆ, ਗੁਰੂ ਦੀ ਕਿਰਪਾ ਦੇ ਨਾਲ ਜਿਹਨੇ ਬੁੱਝਿਆ, ਦਾ ਮਤਲਬ ਜਾਣਿਆ, ਜਿਹਨੇ ਗੁਰੂ ਤੋਂ ਗਿਆਨ ਲਿਆ, ਗੁਰੂ ਦੀ ਬਾਣੀ ਨੂੰ ਜਿਹਨੇ ਸਮਝਿਆ, ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਜਿਸਨੇ ਅਪਣਾਇਆ, ਤਾਂ ਚਲਤ ਹੋਆ, ਉਹਨੂੰ ਸਮਝ ਪੈ ਗਿਆ ਕਿ ਇਹ ਦੁਨੀਆ ਇੱਕ ਖੇਲ ਹੈ। ਚਲਤ ਨਜ਼ਰੀ ਆਇਆ, ਦੁਨੀਆ ਇੱਕ ਖੇਡ ਨਜ਼ਰੀ ਪਈ, ਤੇ ਰੱਬ ਦੀ ਖੇਡ ਹੈ। ਇਹ ਤੇ ਇੱਕ ਚਰਿੱਤਰ ਹੈ, ਖੇਲ ਹੈ। ਤੇ ਜਦੋਂ ਇਸ ਦੁਨੀਆ ਨੂੰ, ਇਸ ਜੀਵਨ ਨੂੰ ਖੇਡ ਦੀ ਤਰ੍ਹਾਂ ਖੇਡੋਗੇ, ਖੇਡ ਖੇਡਦਿਆਂ ਮਜ਼ਾ ਆਉਂਦਾ। ਆ ਦੇਖੋ, ਤੁਸੀਂ ਕਹਾਣੀਆਂ ਸੁਣਾਉਂਦੇ ਹੋ, ਕਿੰਨੀ ਖੁਸ਼ੀ ਹੁੰਦੀ, ਹੱਸਦੇ। ਖੇਲ ਹੈ ਨਾ, ਖੇਲ ਖੇਲ ਵਿੱਚ ਖੁਸ਼ੀ। ਕ੍ਰਿਕਟ ਕੋਈ ਖੇਲ ਰਿਹਾ ਹੈ, ਵਾਲੀਬਾਲ ਖੇਲ ਰਿਹਾ ਹੈ, ਫੁੱਟਬਾਲ ਖੇਡਦਾ ਹੈ, ਕਬੱਡੀ ਖੇਲਦਾ ਹੈ, ਜਾਂ ਚਿੜੀ ਛੱਕਾ ਵਗੈਰਾ ਕੁਛ ਵੀ ਖੇਲ ਖੇਲਦਾ ਹੈ। ਖੇਲ ਦੇ ਵਿੱਚ ਮਜ਼ਾ ਹੈ, ਖੇਲ ਦੇ ਵਿੱਚ ਆਨੰਦ। ਆ ਫਿਲਮਾਂ ਕੀ ਨੇ? ਖੇਡ। ਡਰਾਮੇ ਕੀ ਨੇ? ਖੇਲ। ਤੇ ਖੇਲ ਦੇ ਅੰਦਰ ਹਰ ਬੰਦੇ ਨੂੰ ਰੋਲ ਮਿਲਦਾ ਹੈ, ਤੇ ਉਸ ਰੋਲ ਨੂੰ ਉਹਨੇ ਨਿਭਾਉਣਾ ਹੁੰਦਾ ਹੈ। ਤੇ ਜਿਹੜਾ ਬੰਦਾ ਆਪਣੇ ਮਿਲੇ ਹੋਏ ਰੋਲ ਨੂੰ ਠੀਕ ਨਿਭਾ ਜਾਂਦਾ ਨਾ, ਸ਼ਿੱਦਤ ਦੇ ਨਾਲ, ਉਹਨੂੰ ਫਿਰ ਇਨਾਮ ਮਿਲਦਾ ਹੈ, ਉਹ ਜੇਤੂ ਹੁੰਦਾ ਹੈ। ਤੇ ਦੇਖੋ, ਆ ਜ਼ਿੰਦਗੀ ਖੇਲ ਹੈ। ਇਸ ਖੇਲ ਦੇ ਅੰਦਰ ਮੈਨੂੰ ਰੋਲ ਮਿਲਿਆ ਹੈ ਨਾ, ਮੈਂ ਪਿਤਾ ਹਾਂ ਆਪਣੇ 2 ਬੱਚਿਆਂ ਦਾ, ਮੈਂ ਆਪਣੇ ਜਵਾਈ ਦਾ, ਨੂੰਹ ਦਾ ਸਹੁਰਾ ਹਾਂ, ਕਿਸੇ ਦਾ ਚਾਚਾ ਹਾਂ, ਕਿਸੇ ਦਾ ਤਾਇਆ, ਕਿਸੇ ਦਾ ਭਤੀਜਾ, ਕਿਸੇ ਦਾ ਮਾਮਾ, ਕਿਸੇ ਦਾ ਭਣੇਵਾ, ਕਿਸੇ ਦਾ ਭਰਾ, ਕਿਸੇ ਦਾ ਯਾਰ ਦੋਸਤ। ਇਹ ਰੋਲ ਨੇ ਨਾ ਮੇਰੇ, ਤੇ ਮੈਂ ਇਹਨਾਂ ਨੂੰ ਸ਼ਿੱਦਤ ਦੇ ਨਾਲ ਨਿਭਾਵਾਂ, ਇਮਾਨਦਾਰੀ ਦੇ ਨਾਲ ਨਿਭਾਵਾਂ, ਤਾਂ ਖੇਲ ਖੇਲ ਦੇ ਵਿੱਚ ਮਜ਼ਾ ਆਏਗਾ, ਆਨੰਦ ਆਏਗਾ। ਔਰਤ ਹੈ, ਉਹਦੇ ਕਿੰਨੇ ਸਾਰੇ ਰਿਸ਼ਤੇ ਨੇ, ਉਹ ਰਿਸ਼ਤੇ ਰੋਲ ਹੀ ਤੇ ਹੈ, ਖੇਲ ਹੈ। ਇਹਨੂੰ ਖੇਲ ਦੀ ਤਰ੍ਹਾਂ ਖੇਲੋ, ਇਹਨੂੰ ਜੰਗ ਦਾ ਅਖਾੜਾ ਨਾ ਬਣਾਓ, ਜਿੱਤ ਹਾਰ ਦਾ ਇਹਨੂੰ ਅਖਾੜਾ ਨਾ ਬਣਾਓ, ਜੰਗ ਨਾ ਬਣਾਓ। ਖੇਲ ਵਿੱਚ ਵੀ ਜਿੱਤ ਹਾਰ ਹੁੰਦੀ, ਖੇਲੋ ਇਹਨੂੰ। ਤਾਂ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਸਮਝ ਆ ਜਾਏਗੀ ਕਿ ਇਹ ਜ਼ਿੰਦਗੀ ਖੇਲ ਹੈ। ਫਿਰ ਇਸ ਜ਼ਿੰਦਗੀ ਨੂੰ ਬੰਦਾ ਖੇਡ ਦੀ ਤਰ੍ਹਾਂ ਖੇਡੇਗਾ। ਜੰਗ ਦੇ ਵਿੱਚ ਡਰ ਹੁੰਦਾ ਹੈ, ਮੌਤ ਦਾ ਖਤਰਾ ਹੁੰਦਾ ਹੈ, ਖਰਚਾ ਹੁੰਦਾ ਹੈ। ਖੇਲ ਦੇ ਵਿੱਚ ਮੌਤ ਦਾ ਖਤਰਾ ਕੋਈ ਨਹੀਂ। ਖੇਲ ਦੇ ਅੰਦਰ ਆਨੰਦ ਹੀ ਆਨੰਦ ਹੈ। ਖੇਲ ਵਿੱਚ ਬੰਦਾ ਥੱਕਦਾ ਨਹੀਂ, ਸਾਰਾ ਦਿਨ ਖੇਡ ਖੇਡ ਕੇ ਬੰਦਾ ਥੱਕਦਾ ਨਹੀਂ। ਇਹ ਜ਼ਿੰਦਗੀ ਨੂੰ ਜੀ ਕੇ ਥੱਕਾਂਗੇ ਨਹੀਂ। ਅਸੀਂ ਥੱਕ ਗਏ ਆ ਜ਼ਿੰਦਗੀ ਜੀ ਜੀ ਕੇ, ਰਿਸ਼ਤੇ ਨਿਭਾ ਨਿਭਾ ਕੇ ਥੱਕ ਗਏ ਆ। ਕਿਉਂ? ਕਿਉਂਕਿ ਅਖਾੜਾ ਬਣਾ ਬੈਠੇ ਆ ਨਾ। ਖੇਲ ਬਣਾਓ ਇਹਨੂੰ, ਖੇਲ ਦੀ ਤਰ੍ਹਾਂ ਖੇਲੋ,
ਥੱਕੋਗੇ ਨਹੀਂ, ਕੰਮ ਕਰਦਿਆਂ ਨਹੀਂ ਥੱਕੋਗੇ, ਰਿਸ਼ਤੇ ਨਿਭਾਉਂਦਿਆਂ ਨਹੀਂ ਥੱਕੋਗੇ, ਮਿਲਦਿਆਂ ਵਰਤਦਿਆਂ ਥੱਕੋਗੇ ਨਹੀਂ। ਜੇ ਕੋਈ ਘਰ ਆਏਗਾ ਤੇ ਚਾਹ ਪਾਣੀ ਬਣਾਉਣ ਲੱਗਿਆਂ ਸੜੋਗੇ ਨਹੀਂ, ਬੜੀ ਖੁਸ਼ੀ ਨਾਲ ਬਣਾਓਗੇ। ਪਰੌਂਠੇ ਬੜੀ ਖੁਸ਼ੀ ਨਾਲ ਬਣਾਓਗੇ, ਰੋਟੀਆਂ ਬਣਾਉਣ ਦੀ ਖੁਸ਼ੀ ਹੋਏਗੀ। ਤੇ ਹੁਣ ਤੇ ਸਾੜਾ ਪੈਂਦਾ ਵੀ ਆ ਮਰ ਜਾਣੇ ਆ ਗਏ ਨੇ ਤੇ ਹੁਣ ਫਿਰ ਰੋਟੀਆਂ ਬਣਾਉਣੀਆਂ, ਕਿਉਂਕਿ ਖੇਡ ਨਹੀਂ ਨਾ ਰਹੀ। ਤੇ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੁਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਇਹ ਸ੍ਰਿਸ਼ਟੀ ਦਾ ਮੂਲ ਰੱਬ ਆਪ ਹੈ ਨਾ, ਇਹਦਾ ਮੁੱਢ ਬੰਨਿਆ। ਜੋਤ ਰਾਖੀ, ਤੇਰੇ ਅੰਦਰ ਰੱਬ ਨੇ ਜੋਤ ਰੱਖੀ, ਸ੍ਰਿਸ਼ਟੀ ਵਿੱਚ ਜੋਤ ਰੱਖੀ, ਹਰ ਥਾਂ ਤੇ ਆਪ ਸਮਾਇਆ ਹੋਇਆ ਹੈ। ਤਾਂ ਤੂੰ ਜਗ ਮੈਂ ਆਇਆ, ਤਾਂ ਇਸ ਜਗਤ ਵਿੱਚ ਆਇਆ ਹੈ। ਤੇਰੇ ਅੰਦਰ ਜੋਤ, ਤੇਰੇ ਅੰਦਰ ਗਿਆਨ, ਤੇਰੇ ਅੰਦਰ ਰੱਬ ਦੇ ਗੁਣ, ਤੇਰੇ ਅੰਦਰ ਉਹ ਆਪ ਸਮਾਇਆ ਹੋਇਆ ਹੈ। ਸ੍ਰਿਸ਼ਟੀ ਦੇ ਕਣ ਕਣ ਵਿੱਚ ਉਹ ਸਮਾਇਆ ਹੋਇਆ ਹੈ। ਸ੍ਰਿਸ਼ਟੀ ਦੇ ਚਾਰ ਚੁਫੇਰੇ ਖੁਸ਼ੀਆਂ ਫੈਲੀਆਂ ਨੇ, ਆਨੰਦ ਫੈਲਿਆ ਹੈ, ਖੇੜਾ ਫੈਲਿਆ ਹੈ, ਗੁਣ ਫੈਲੇ ਹੋਏ ਨੇ। ਉਹਨੂੰ ਸਮਝ, ਗੁਰੂ ਦੇ ਗਿਆਨ ਮੁਤਾਬਕ ਜੀ ਐਸੀ ਜ਼ਿੰਦਗੀ, ਤੇਰਾ ਜੀਵਨ ਸਫਲਾ ਹੋ ਜਾਏਗਾ, ਤੇਰੇ ਜੀਵਨ ਵਿੱਚ ਆਨੰਦ ਪੈਦਾ ਹੋ ਜਾਏਗਾ। ਤਾਂ ਅੱਜ 32-33 ਨੰਬਰ ਪੌੜੀ ਦੀ ਵਿਚਾਰ ਅਸਾਂ ਕੀਤੀ ਹੈ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਦਾ ਕੋਈ ਸਵਾਲ ਹੋਏ, ਜੇ ਕੋਈ ਚੀਜ਼ ਸਮਝ ਨਹੀਂ ਆਈ ਤਾਂ ਆਪ ਸਵਾਲ ਪੁੱਛ ਸਕਦੇ ਹੋ। ਔਰ ਅੱਜ ਦੀ ਇਹ ਵਿਚਾਰ ਆਪ ਨੂੰ ਕਿਵੇਂ ਲੱਗੀ, ਇਹਦੇ ਬਾਰੇ ਜੇ ਕੋਈ ਆਪਣੇ ਵਿਊਜ਼ ਦੇਣਾ ਚਾਹੁੰਦੇ ਹੋ ਤਾਂ ਆਪਣੇ ਵਿਊਜ਼ ਵੀ ਦੇ ਸਕਦੇ ਹੋ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਹੁਣ ਅਗਲੀ ਜੋ ਕਾਰਵਾਈ ਹੈ ਉਹ ਵੀਰ ਜੀ ਤ੍ਰਿਲੋਚਨ ਸਿੰਘ ਜੀ ਕਰਨਗੇ। ਮੇਰੀ ਫਤਿਹ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ। ਤੇ ਸਾਰਿਆਂ ਨੇ ਅੱਜ ਦੀ ਕਥਾ ਸੁਣੀ ਲਈ ਹੈ ਜੀ, 32 ਤੇ 33 ਪੌੜੀ। ਤੇ ਉਹਦੇ ਵਿੱਚੋਂ ਆਪ ਜੀ ਦੇ ਜਿਹੜੇ ਵਿਚਾਰ ਹੈਗੇ ਆ, ਉਹ ਜੇ ਤੁਸੀਂ ਕੁਛ ਸਾਂਝੇ ਕਰਨੇ ਚਾਹੁੰਦੇ ਆ ਨਾ, ਤਾਂ ਤੁਸੀਂ ਅਨਮਿਊਟ ਹੋ ਜਾਓ ਤੇ ਗਿਆਨੀ ਜੀ ਦੇ ਨਾਲ ਸ਼ੇਅਰ ਕਰ ਲਓ। ਤੇ ਆਪਣੇ ਮੈਂ ਇੱਕ ਕੱਲ ਸਾਡੇ ਨਾਲ ਭੈਣ ਜਸਪਾਲ ਕੌਰ ਜੀ ਨੇ ਮੇਰੇ ਨਾਲ ਇਨ ਟੱਚ ਕੀਤਾ ਸੀਗਾ ਜੀ, ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ। ਉਹਨਾਂ ਨੇ ਇਨ ਟੱਚ ਕੀਤਾ। ਉਹਨਾਂ ਨੂੰ 2 ਦਿਨਾਂ ਦੀ ਕਥਾ ਨਹੀਂ ਸੀ, ਉਹਨਾਂ ਦੇ ਫਰੈਂਡਾਂ ਨੂੰ 2 ਦਿਨਾਂ ਦੀ ਕਥਾ ਜਿਹੜੀ ਫੇਸਬੁੱਕ ਤੋਂ ਦੇਖਦੇ ਹੁੰਦੇ ਸੀਗੇ, ਉਹ ਸੁਣਦੇ ਸੀ, ਉਹ ਰਿਸੀਵ ਨਹੀਂ ਸੀ ਹੋਈ। ਮੰਡੇ ਤੱਕ ਟਿਊਜ਼ਡੇ ਇਸ ਵੀਕ ਦੀ। ਤੇ ਉਹਨਾਂ ਨੂੰ YouTube ਚੈਨਲ ਦਾ ਜਿਹੜਾ ਲਿੰਕ ਸੀਗਾ ਭੇਜ ਦਿੱਤਾ ਸੀਗਾ, ਤੇ ਥੋੜਾ ਜਿਹਾ ਟਾਈਮ ਲੱਗ ਗਿਆ ਸੀਗਾ। ਅਸੀਂ ਸੌਰੀ ਕਹਿੰਦੇ ਹਾਂ ਜਸਪਾਲ ਕੌਰ ਜੀ ਨੇ, ਪਰ ਉਹਨਾਂ ਨੇ ਵੀ ਲੱਭ ਲਿਆ ਸੀਗਾ ਤੇ ਮੈਂ ਵੀ ਉਹਨਾਂ ਨੂੰ ਕਰ ਦਿੱਤਾ ਸੀਗਾ। ਜੇ ਉਹਨਾਂ ਨੇ ਕੁਛ ਕਹਿਣਾ ਹੈਗਾ ਤਾਂ ਬੇਸ਼ੱਕ ਆ ਜਾਣ ਜੀ, ਤੇ ਉਹਨਾਂ ਦਾ ਧੰਨਵਾਦ ਹੈ। ਹੋਰ ਵੀ ਕਿਸੇ ਨੂੰ ਜੇ ਕੋਈ ਦਿੱਕਤ ਆਉਂਦੀ ਹੋਵੇ, ਜਿਹੜੀ ਕਥਾ ਆ ਉਹ ਸਾਡੇ YouTube ਚੈਨਲ ਤੇ ਪਈ ਹੁੰਦੀ ਹੈ ਜੀ, ਤੇ ਕਦੀ ਵੀ ਆ ਕੇ ਤੁਸੀਂ ਉਹਨੂੰ ਦੇਖ ਸਕਦੇ ਆ, ਸੁਣ ਸਕਦੇ ਆ। ਠੀਕ ਹੈ ਜੀ। ਤੇ ਹੁਣ ਹੈ ਨਹੀਂ ਜੀ, ਕੋਈ ਵੀ ਅਨਮਿਊਟ ਨਹੀਂ ਹੋਇਆ। ਅਰਵਿੰਦਰ ਸਿੰਘ ਜੀ। ਹਾਂਜੀ ਅਰਵਿੰਦਰ ਸਿੰਘ ਹਾਂਜੀ, ਮੈਂ ਥੋੜਾ ਜਿਹਾ ਗਿਆਨੀ ਜੀ ਤੋਂ ਪੁੱਛਣਾ ਸੀਗਾ ਕਿ ਜਿਹੜੀ ਲਾਸਟ 'ਚ ਆਪਾਂ ਸੀਗਾ ਕਿ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਮੂਲ ਦਾ ਥੋੜਾ ਜਿਹਾ ਹੋਰ ਇੱਥੇ ਥੋੜਾ ਜਿਹਾ ਵਿਆਖਿਆ ਕਰੋਗੇ ਜੀ, ਥੋੜਾ ਜਿਹਾ ਹੋਰ ਦੱਸੋਗੇ ਮੂਲ ਦਾ ਮਤਲਬ? ਮੂਲ ਦਾ ਮਤਲਬ ਹੈ ਕਿ ਮੁੱਢ ਬੰਨਣਾ। ਜਿਵੇਂ ਕਿਸੇ ਚੀਜ਼ ਦੀ ਰਚਨਾ ਦਾ ਮੁੱਢ ਬੰਨੀ ਦਾ ਨਾ, ਜਿਵੇਂ ਅਸੀਂ ਮਕਾਨ ਬਣਾਉਣਾ ਹੈ ਤੇ ਮਕਾਨ ਦਾ ਮੁੱਢ ਅਸੀਂ ਬੰਨ੍ਹਦੇ ਹਾਂ ਕਿ ਅਸੀਂ ਨੀਂਹ ਰੱਖਣੀ ਹੈ। ਆਪਣੇ ਮਨ ਦੇ ਅੰਦਰ ਵਿਚਾਰ ਆਉਂਦੀ ਹੈ ਕਿ ਅਸੀਂ ਇਹ ਚੀਜ਼ ਮਕਾਨ ਬਣਾਉਣਾ ਹੈ, ਜਾਂ ਅਸੀਂ ਕੋਠੀ ਬਣਾਉਣੀ ਹੈ, ਜਾਂ ਅਸੀਂ ਖੂਹ ਖੋਦਣਾ ਹੈ, ਤੇ ਉਹਦੀ ਸਾਰੀ ਤਿਆਰੀ ਕਰੀ ਦੀ ਹੈ। ਉਹਨੂੰ ਕਹਿੰਦੇ ਨੇ ਮੂਲ ਰਚਿਆ ਦਾ ਮਤਲਬ ਮੁੱਢ ਬੰਨਣਾ, ਵਿਚਾਰ ਆਉਣੀ, ਉਸ ਚੀਜ਼ ਦੀ ਸ਼ੁਰੂਆਤ ਕਰਨੀ। ਤਾਂ ਜਦੋਂ ਇਸ ਸੰਸਾਰ ਦੀ ਸ਼ੁਰੂਆਤ ਹੋਈ, ਇਹ ਹੋਂਦ ਵਿੱਚ ਆਇਆ, ਤਾਂ ਉਦੋਂ ਹੀ ਰੱਬ ਨੇ ਆਪਣੀ ਜੋਤ ਰੱਖੀ ਉਹਦੇ ਵਿੱਚ, ਯਾਨੀ ਉਹ ਸੰਸਾਰ ਨਿਰੰਕਾਰ ਤੋਂ ਸੰਸਾਰ ਹੋ ਗਿਆ। ਅੱਛਾ, ਠੀਕ ਹੈ, ਧੰਨਵਾਦ। ਠੀਕ ਹੈ ਜੀ, ਧੰਨਵਾਦ ਜੀ। ਤੇ ਹੋਰ ਕਿਸੇ ਨੇ ਅਨਮਿਊਟ ਕਿਸੇ ਨੇ ਪੁੱਛਣਾ ਤਾਂ ਠੀਕ ਹੈ ਜੀ। ਹੋਰ ਕੋਈ ਨਹੀਂ ਹੈਗਾ ਤੇ ਆਪਾਂ ਇੱਥੇ ਸਮਾਪਤੀ ਕਰ ਦਿੰਦੇ ਜੀ। ਤੇ ਕੱਲ ਨੂੰ ਆਪਾਂ ਫਿਰ 2 ਵਜੇ ਕਿਸੇ ਚੈਨਲ ਤੇ ਮੁੜ ਕੇ ਆਵਾਂਗੇ, ਤੇ ਉਸ ਤਾਂ ਹੀ ਆਪਾਂ ਛੁੱਟੀਆਂ ਲੈ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।